8 PM 'ਚ ਸਭ ਦਾ ਸਵਾਗਤ। ਅੱਜ ਆਪਣਾ ਵਿਸ਼ਾ ਹੈ ਸਾਇੰਸ ਆਫ ਸਟ੍ਰੈਸ। ਜਿਹੜੀ ਸਟ੍ਰੈਸ ਹੈ ਉਹ ਕਿਸ ਤਰ੍ਹਾਂ ਸਾਡੇ 'ਤੇ ਪ੍ਰਭਾਵ ਪਾਉਂਦੀ ਹੈ, ਅਤੇ ਇਹ ਆਪਾਂ ਅੱਜ ਆਪਣੇ ਐਕਸਪੀਰੀਅੰਸ ਦੇ ਨਾਲ ਹੀ ਸ਼ੇਅਰ ਕਰਾਂਗੇ ਕਿ ਸਟ੍ਰੈਸ ਕਿਸ ਤਰ੍ਹਾਂ ਆਪਾਂ ਹੈਂਡਲ ਕਰੀਏ, ਕਿਸ ਤਰ੍ਹਾਂ ਆਪਾਂ ਆਪਣੀ ਲਾਈਫ ਹੈ ਜਿਹੜੀ ਉਹਨੂੰ ਈਜ਼ੀ ਕਰੀਏ, ਸਟੇਬਲ ਕਰੀਏ। ਜਿਹੜਾ ਆਪਣਾ ਇਹ ਪ੍ਰੋਗਰਾਮ ਹੈ ਆਪਾਂ ਸਪੈਸ਼ਲੀ ਉਹਨਾਂ ਲੋਕਾਂ ਵਾਸਤੇ ਕਰਦੇ ਨੇ ਜਿਹੜੇ ਅਲੋਨ ਨੇ, ਜਿਨ੍ਹਾਂ ਦੇ ਕੋਲ ਕੋਈ ਗੱਲਬਾਤ ਕਰਨ ਵਾਲਾ ਨਹੀਂ, ਕੋਈ ਸਲਾਹਕਾਰ ਨਹੀਂ। ਜਦੋਂ ਮੀਨਜ਼ ਆਪਾਂ ਜਿਸ ਐਕਸਪੀਰੀਅੰਸ ਤੋਂ ਨਿਕਲੇ ਹੋਈਏ, ਸਾਨੂੰ ਪਤਾ ਹੁੰਦਾ ਕਿ ਸਾਨੂੰ ਜਦੋਂ ਇਸ ਤਰ੍ਹਾਂ ਗੱਲਬਾਤ ਸੁਣਨ ਨੂੰ ਮਿਲਦੀ ਹੈ ਤਾਂ ਸਾਡਾ ਜਿਹੜਾ ਬ੍ਰੇਨ ਹੈ ਉਹ ਬਹੁਤ ਸਟੇਬਲ ਫੀਲ ਕਰਦਾ। ਇਸ ਕਰਕੇ ਮੈਂ ਕਿਹਾ ਕਿ ਜੋ ਲੋਕ ਅਲੋਨ ਨੇ, ਜਿਨ੍ਹਾਂ ਕੋਲ ਗੱਲਬਾਤ ਨੂੰ ਸਹਾਰਾ ਨਹੀਂ, ਕੋਈ ਕਿਸੇ ਤੋਂ ਪੁੱਛ ਨਹੀਂ ਸਕਦੇ, ਕਿ ਉਹਨਾਂ ਵਾਸਤੇ ਆਪਣੀ ਜਿਹੜੀ ਗੱਲ ਹੈ ਇਹ ਬਹੁਤ ਬੈਨੀਫੀਸ਼ੀਅਲ ਹੋਏਗੀ। ਅੱਗੇ ਆਪਾਂ ਸ਼ੁਰੂ ਕਰਦੇ ਹਾਂ ਕਿ ਜਿਸ ਤਰ੍ਹਾਂ ਅੱਜ ਦਾ ਆਪਣਾ ਵਿਸ਼ਾ ਕਿ ਜਿਹੜੀ ਸਟ੍ਰੈਸ ਹੈ ਇਸ ਦੀ ਸਾਇੰਸ ਕੀ ਹੈ। ਪਹਿਲਾਂ ਆਪਾਂ ਸਾਇੰਸ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜੋ ਸਟ੍ਰੈਸ ਇਹ ਕਿਸ ਤਰ੍ਹਾਂ ਕ੍ਰੀਏਟ ਹੁੰਦੀ ਹੈ, ਮਤਲਬ ਕੀ ਹੈ ਸਟ੍ਰੈਸ ਦਾ। ਜੇ ਆਪਾਂ ਸਾਇੰਟੀਫਿਕਲੀ ਦੇਖੀਏ, ਸਾਇੰਟੀਫਿਕਲੀ ਚਲੋ ਮੀਨਜ਼ ਬਾਇਓਲੋਜੀਕਲੀ ਡਿਸਆਰਡਰਸ ਜਾਂ ਹਾਰਮੋਨਸ ਹੁੰਦੇ ਉਹਨਾਂ ਦਾ ਰਿਲੀਜ਼ ਹੋਣ ਲੱਗ ਜਾਂਦਾ। ਉਹ ਚੀਜ਼ਾਂ ਬਹੁਤ ਡਿਫੀਕਲਟ ਨੇ। ਜਿਵੇਂ ਜੇ ਆਪਾਂ ਉਹਨਾਂ ਨੂੰ ਫੋਲੋ ਕਰੀਏ ਅਤੇ ਇੱਕ ਆਮ ਬੰਦੇ ਨੂੰ ਮੀਨਜ਼ ਉਹ ਗੱਲਾਂ ਸਮਝਾਉਣੀਆਂ, ਅਤੇ ਮੀਨਜ਼ ਉਸ ਤਰ੍ਹਾਂ ਦੀਆਂ ਗੱਲਾਂ ਕੋਈ ਸੁਣਨਾ ਵੀ ਨਹੀਂ ਚਾਹੁੰਦਾ। ਜੋ ਡਾਕਟਰੀ ਭਾਸ਼ਾ ਹੁੰਦੀਆਂ ਉਹ ਸਿਰਫ ਡਾਕਟਰ ਹੀ ਸਮਝ ਸਕਦੇ ਨੇ। ਜੇ ਆਪਾਂ ਆਮ ਭਾਸ਼ਾ ਦੇ ਵਿੱਚ ਗੱਲ ਕਰੀਏ ਕਿ ਜਿਸ ਤਰ੍ਹਾਂ ਇਹ ਸਟ੍ਰੈਸ ਕਿਉਂ ਹੁੰਦੀ ਹੈ, ਮੀਨਜ਼ ਪਹਿਲਾ ਜਿਹੜਾ ਕਾਰਨ ਇਹ ਹੀ ਹੈ ਕਿ ਜੋ ਆਪਾਂ ਫਸਟ ਕੇਸ ਆਪਾਂ ਡਿਸਕਸ ਕਰਦੇ ਹਾਂ, ਜਿਸ ਤਰ੍ਹਾਂ ਕੋਈ ਮੰਨ ਲਓ ਇਨਸਾਨ ਹੈ, ਉਹ ਆਪਣੀ ਲਾਈਫ ਦੇ ਵਿੱਚ ਉਸਨੇ ਫਰੈਂਡ ਸਰਕਲ ਬਣਾਇਆ, ਜਾਂ ਉਹਦੇ ਰਿਲੇਟਿਵਸ ਨੇ, ਜਾਂ ਉਹਦੇ ਨੋਨ ਨੇ, ਜਾਂ ਨੇਬਰਹੁੱਡ ਵਾਲੇ ਨੇ। ਉਹਨੇ ਆਪਣੀ ਲਾਈਫ ਦੇ ਵਿੱਚ ਉਹਨਾਂ ਨਾਲ ਬੋਲਚਾਲ ਰੱਖੀ, ਉਹਨਾਂ ਤੋਂ ਹਮੇਸ਼ਾ ਜਿਹੜੀ ਸਲਾਹ ਮਸ਼ਵਰਾ ਲਿਆ। ਅਤੇ ਜਿਸ ਤਰ੍ਹਾਂ ਆਪਣਾ ਟਾਈਮ ਲੰਘਦਾ ਆ, ਜਿਸ ਤਰ੍ਹਾਂ ਆਪਣੀ ਏਜ ਅੱਗੇ ਦੀ ਅੱਗੇ ਵੱਧਦੀ ਜਾਂਦੀ ਹੈ, ਅਤੇ ਇਸ ਤਰ੍ਹਾਂ ਏਜ ਹੈ ਉਹ ਵੀ ਅੱਗੇ ਦੀ ਅੱਗੇ। ਅਤੇ ਉਹਦੇ ਨਾਲ ਹੋਇਆ ਕੀ ਕਿ ਮੀਨਜ਼ ਉਹਦਾ ਜਦੋਂ ਵਿਸ਼ਵਾਸ ਪੂਰਾ ਬਣ ਗਿਆ ਲੋਕਾਂ ਦੇ ਉੱਪਰ, ਇੱਕ ਦਿਨ ਇਸ ਤਰ੍ਹਾਂ ਦਾ ਆਇਆ ਕਿ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਸੀ, ਜਾਂ ਇਸ ਤਰ੍ਹਾਂ ਦਾ ਕੋਈ ਮੀਨਜ਼ ਜ਼ਰੂਰੀ ਇੱਕ ਸੰਦੇਸ਼ ਸੀ ਜੋ ਉਸ ਨੂੰ ਮਿਲਣਾ ਬਹੁਤ ਜ਼ਰੂਰੀ ਸੀ। ਅਤੇ ਜਿਹੜੇ ਲੋਕਾਂ 'ਤੇ ਉਹਨਾਂ ਦਾ ਉਸ ਬੰਦੇ ਦਾ ਵਿਸ਼ਵਾਸ ਸੀ, ਉਹਨਾਂ ਬੰਦਿਆਂ ਨੇ ਯੂਨਿਟੀ ਕਰ ਲਈ, ਇੱਕ ਇਕੱਠ ਕਰ ਲਿਆ ਕਿ ਇਹ ਗੱਲ ਨਹੀਂ ਆਪਾਂ ਦੱਸਣੀ। ਅਤੇ ਉਹ ਜਿਹੜਾ ਇਨਸਾਨ ਸੀ ਉਸ ਨੂੰ ਉਸ ਗੱਲ ਦੇ ਬਾਰੇ ਦੱਸਿਆ ਹੀ ਨਹੀਂ ਗਿਆ। ਐਟ ਦਾ ਐਂਡ ਹੋਇਆ ਕਿ ਜਦੋਂ ਉਹਨੂੰ ਉਹ ਗੱਲ ਥੋੜ੍ਹੇ ਟਾਈਮ ਬਾਅਦ ਪਤਾ ਲੱਗੀ, ਜਦੋਂ ਥੋੜ੍ਹਾ ਟਾਈਮ ਨਿਕਲਿਆ, ਉਹਨੂੰ ਮੀਨਜ਼ ਅੱਗੇ ਤੋਂ ਅੱਗੋਂ ਕਿਤੋਂ ਹੋਰ ਕੋਈ ਸੋਰਸ ਬਣਿਆ, ਕੋਈ ਗੱਲ ਪਤਾ ਲੱਗੀ, ਅਤੇ ਉਸ ਦੇ ਉੱਪਰ ਇੱਕਦਮ ਹੀ ਇੱਕ ਜਿੱਦਾਂ ਸਟ੍ਰੋਕ ਜਿੱਦਾਂ ਲੱਗਦਾ ਬ੍ਰੇਨ ਨੂੰ, ਇਸ ਤਰ੍ਹਾਂ ਲੱਗ ਗਿਆ। ਉਹ ਹੁਣ ਮੀਨਜ਼ ਉਹ ਕੀ ਕਾਰਨ ਬਣਿਆ ਕਿ ਇੱਕਦਮ ਸਟ੍ਰੋਕ ਕਿਉਂ ਲੱਗ ਗਿਆ, ਕਿ ਗੱਲ ਤਾਂ ਇੰਨੀ ਸੀ ਕਿ ਚੱਲ ਜੇ ਉੱਥੇ ਤੱਕ ਗੱਲ ਪਹੁੰਚਣੀ ਸੀ, ਲੇਟ ਪਹੁੰਚ ਗਈ। ਅਤੇ ਉਹ ਇੰਨਾ ਕੁ ਮਾਈਂਡ ਆਪਣਾ ਥੋੜ੍ਹਾ ਜਿਹਾ ਜਿਹੜਾ ਮਾਈਂਡ ਹੁੰਦਾ ਇੰਨਾ ਕੁ ਤਾਂ ਆਪਣਾ ਥੋੜ੍ਹਾ ਜਿਹਾ ਦੇਖ ਲੈਂਦਾ ਕਿ ਪਾਵਰ ਹੁੰਦੀ ਹੈ ਕਿ ਚੱਲ ਕੋਈ ਗੱਲ ਨਹੀਂ, ਲੇਟ ਪਤਾ ਲੱਗ ਗਈ, ਫਿਰ ਕੀ ਹੋ ਗਿਆ। ਅਤੇ ਉਸ ਇਨਸਾਨ ਨੂੰ ਇੱਦਾਂ ਕੁਛ ਹੋਣਾ ਨਹੀਂ ਸੀ ਚਾਹੀਦਾ, ਪਰ ਕਿਉਂ ਹੋ ਗਿਆ। ਉਸ ਦੇ ਵਿੱਚ ਹੁਣ ਦੇਖੋ ਰੀਜ਼ਨ ਇਹੀ ਸੀ ਕਿ ਜੋ ਉਸ 'ਤੇ ਇੱਕਦਮ ਸਟ੍ਰੈਸ ਦਾ ਸਟ੍ਰੋਕ ਵੱਜਿਆ, ਅਤੇ ਮੀਨਜ਼ ਉਹ ਸਹਾਰ ਨਹੀਂ ਪਾਇਆ ਕਿ ਇੱਕ ਬੈੱਡ 'ਤੇ ਜਿਸ ਤਰ੍ਹਾਂ ਉਹਨੂੰ ਹੋਸਪਿਟਲਾਈਜ਼ ਹੋਣਾ ਪਿਆ। ਉਸ ਦੇ ਪਿੱਛੇ ਕਾਰਨ ਇਹੀ ਸੀ ਕਿ ਉਹਦਾ ਜਿਹੜਾ ਵਿਸ਼ਵਾਸ, ਜੋ ਉਹਨੇ ਵਿਸ਼ਵਾਸ ਕੀਤਾ ਸੀ, ਉਹਨੇ ਵਿਸ਼ਵਾਸ ਇੰਨਾ ਇੰਟੈਂਸ, ਇੰਨਾ ਜ਼ਿਆਦਾ ਵਿਸ਼ਵਾਸ ਸੀ ਉਹਦਾ ਆਪਣੇ ਲੋਕਾਂ 'ਤੇ ਕਿ ਮੈਨੂੰ ਇੰਨੇ ਸਾਲ ਹੋ ਗਏ ਮਿਲਦੇ ਵਰਤਦਿਆਂ ਨੂੰ, ਮੀਨਜ਼ ਕੋਈ ਜੋ ਉਹਦਾ ਬ੍ਰੇਨ ਸੀ ਉਸਨੇ ਇਹ ਚੀਜ਼ ਸਹਾਰੀ ਨਹੀਂ ਕਿ ਇਹ ਬੰਦੇ ਜਿਹੜਾ ਨੇ ਮੈਨੂੰ ਇਹ ਗੱਲ
ਦੱਸਣੀ ਸੀ ਟਾਈਮ 'ਤੇ, ਮੈਨੂੰ ਉਹਨਾਂ ਨੇ ਇਹ ਗੱਲ ਦੱਸੀ ਨਹੀਂ। ਸਿਰਫ ਜਿਹੜੀ ਇਹ ਚੀਜ਼ ਸੀ, ਹੁਣ ਇਹ ਬਹੁਤ ਸਾਰੇ ਲੋਕਾਂ ਵਾਸਤੇ ਗੱਲ ਨੋਰਮਲ ਸੀ, ਪਰ ਜਿਨ੍ਹਾਂ ਨੂੰ ਵਿਸ਼ਵਾਸ ਦਾ ਪਤਾ, ਜਿਹੜੇ ਬੰਦਿਆਂ ਦੇ ਨਾਲ ਵਿਸ਼ਵਾਸਘਾਤ ਹੋਇਆ ਜ਼ਿੰਦਗੀ 'ਚ, ਉਹ ਇਹ ਗੱਲ ਬਹੁਤ ਚੰਗੀ ਤਰ੍ਹਾਂ ਸਮਝਣਗੇ ਕਿ ਜਦੋਂ ਕੋਈ ਬੰਦਾ ਧੋਖਾ ਦਿੰਦਾ, ਜਿਨ੍ਹਾਂ ਨਾਲ ਤੁਸੀਂ ਬਹੁਤ ਜ਼ਿਆਦਾ ਮਿਲਦੇ ਵਰਤਦੇ ਆ, ਉਹ ਇੱਕਦਮ ਹੀ ਤੁਹਾਡਾ ਨੁਕਸਾਨ ਕਰ ਦਿੰਦਾ, ਤਾਂ ਫਿਰ ਸਾਡਾ ਜਿਹੜਾ ਕਿਸ ਤਰੀਕੇ ਨਾਲ ਅਸੀਂ ਉਹ ਮੈਨੇਜ ਕਰਦੇ ਹਾਂ। ਬਹੁਤ ਸਾਰੇ ਲੋਕ ਮੈਨੇਜ ਕਰ ਵੀ ਲੈਂਦੇ ਨੇ, ਪਰ ਵਿੱਚੋਂ ਇਹ ਸੈਂਸਿਟਿਵ ਵੀ ਹੁੰਦੇ ਨੇ ਜੋ ਮੈਨੇਜ ਨਹੀਂ ਕਰ ਪਾਉਂਦੇ, ਉਹਨਾਂ ਨੂੰ ਇਸ ਤਰ੍ਹਾਂ ਫਿਰ ਬਹੁਤ ਹੀ ਭਾਰੀ ਸ਼ੌਕ ਲੱਗਦੇ ਨੇ। ਉਹ ਥਰੂ ਆਊਟ ਦਾ ਲਾਈਫ ਫਿਰ ਸਟੇਬਲ ਨਹੀਂ ਹੋ ਪਾਉਂਦੇ ਜੇ ਕੋਈ ਗੱਲ ਜ਼ਿਆਦਾ ਵੱਡੀ ਹੋਵੇ। ਇਸ ਤਰੀਕੇ ਨਾਲ ਅਸੀਂ ਜੋ ਇਹਦੇ ਵਿੱਚ ਇਹਤਿਆਤ ਇਹੀ ਰੱਖ ਸਕਦੇ ਹਾਂ ਕਿ ਮੀਨਜ਼ ਜ਼ਿਆਦਾ ਜਿਹੜਾ ਵਿਸ਼ਵਾਸ ਹੁੰਦਾ ਆਸੇ ਪਾਸੇ, ਉਹ ਇੰਨਾ ਚੰਗਾ ਨਹੀਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ, ਕਿਉਂਕਿ ਮੀਨਜ਼ ਜਿਨ੍ਹਾਂ 'ਤੇ ਆਪਾਂ ਵਿਸ਼ਵਾਸ ਕਰਦੇ ਹਾਂ, ਉਹਨਾਂ ਦਾ ਕੋਈ ਪਤਾ ਨਹੀਂ ਉਹ ਕਿਸ ਟਾਈਮ 'ਤੇ ਪਲਟ ਜਾਣ, ਕਿਸ ਟਾਈਮ 'ਤੇ ਕਿਸੇ ਹੋਰ ਦੇ ਇਫੈਕਟ ਥੱਲੇ ਆ ਜਾਣ, ਅਤੇ ਆਪਾਂ ਆਪਣੀ ਜ਼ਿੰਦਗੀ ਖਰਾਬ ਕਰਕੇ ਬੈਠ ਜਾਈਏ, ਅਤੇ ਆਪਣਾ ਕੰਮਕਾਰ ਵੀ ਠੱਪ ਹੋ ਜਾਏ, ਅਤੇ ਇੱਕ ਫੈਮਿਲੀ ਪ੍ਰੋਬਲਮਸ ਆ ਜਿਹੜੀਆਂ ਉਹ ਸ਼ੁਰੂ ਹੋ ਜਾਣ। ਇਸ ਤਰੀਕੇ ਨਾਲ ਜਿਹੜੀ ਹੁਣ ਆਪਾਂ ਸਾਇੰਸ ਇਸ ਵਿੱਚ ਸੀ, ਉਹ ਸਿਰਫ ਬਲੀਫ ਸੀ, ਬਲੀਫ ਸਿਸਟਮ ਜਿਹੜਾ ਸਾਡਾ, ਸਾਨੂੰ ਆਪਣਾ ਬਲੀਫ ਸਿਸਟਮ ਹੈ ਜਿਹੜਾ ਉਹ ਦੇਖਣਾ ਪਏਗਾ। ਜੇ ਬਲੀਵ ਕਰਨਾ ਤਾਂ ਸਿਰਫ ਰੱਬ 'ਤੇ ਕਰੋ। ਜੋ ਵੀ ਆਪਾਂ ਬਲੀਫ ਰੱਬ 'ਤੇ ਕਰਦੇ ਹਾਂ, ਉਹਦੇ ਨਾਲ ਸਾਨੂੰ ਕਦੇ ਵੀ ਮਾਈਂਡ ਨੂੰ ਸਟੋਕ ਨਹੀਂ ਲੱਗਦਾ, ਕਿਉਂਕਿ ਸਾਡੇ ਮਾਈਂਡ ਦੇ ਵਿੱਚ ਪਹਿਲਾਂ ਹੀ ਇਹ ਗੱਲਾਂ ਨੇ ਕਿ ਸਾਨੂੰ ਪਤਾ ਹੈ ਰੱਬ ਕੀ ਹੈ, ਰੱਬ ਸਾਨੂੰ ਹਮੇਸ਼ਾ ਸ਼ਕਤੀ ਦੇਗਾ। ਅਤੇ ਇਸ ਤਰੀਕੇ ਨਾਲ ਸਾਨੂੰ ਆਪਣੇ ਜਿਹੜਾ ਬ੍ਰੇਨ ਹੈ ਦਿਨ ਭਰ ਦਿਨ ਪਾਵਰਫੁਲ ਬਣਦਾ, ਜਿਹੜਾ ਬੰਦਾ ਰੱਬ ਦਾ ਭਗਤ ਹੁੰਦਾ, ਚਾਹੇ ਉਹ ਕੋਈ ਵੀ ਧਰਮ ਹੋਏ। ਬਸ ਕਿਉਂਕਿ ਭਗਤੀ 'ਚ ਸੱਚਾਈ ਹੁੰਦੀ ਹੈ, ਸੱਚਾਈ ਹੈ ਜਿਹੜੀ ਉਹ ਸਾਨੂੰ ਪਾਵਰ ਜਾਂ ਸਟਰੋਂਗ ਅੰਦਰੋਂ ਅੰਦਰ ਬਣਾਉਂਦੀ ਰਹਿੰਦੀ ਹੈ। ਇਹ ਇੱਕ ਸਭ ਤੋਂ ਜਿਹੜਾ ਵਧੀਆ ਇੱਕ ਮੈਥਡ ਹੈ ਆਪਣੇ ਆਪ ਨੂੰ ਸਟਰੋਂਗ ਕਰਨ ਦਾ, ਕਿ ਜੋ ਬੱਚੇ ਆ ਉਹਨਾਂ ਨੂੰ ਤੁਸੀਂ ਰੱਬ ਦੀ ਭਗਤੀ ਵਿੱਚ ਜ਼ਰੂਰ ਲਾਓ, ਕਿਉਂਕਿ ਇਹ ਵੀ ਏਜ ਹੁੰਦੀ ਹੈ ਕਿ ਜਿਹੜੇ ਬੱਚੇ 17-18 ਸਾਲ ਦੀ ਏਜ ਦੇ ਵਿੱਚ ਰੱਬ ਨੂੰ ਮੰਨਦੇ ਨੇ, ਤਾਂ ਉਹ ਫਿਰ ਮੀਨਜ਼ ਅੱਗੇ ਕਦੇ ਵੀ ਟੁੱਟਦੇ ਨਹੀਂ, ਕਿਉਂਕਿ ਉਹਨਾਂ ਦਾ ਬ੍ਰੇਨ ਹਮੇਸ਼ਾ ਇੱਕ ਸ਼ਕਤੀ ਨਾਲ ਜੁੜਿਆ ਹੁੰਦਾ। ਜਦੋਂ ਵੀ ਉਹਨਾਂ 'ਤੇ ਕੋਈ ਸਟ੍ਰੋਕ ਆਵੇ, ਕੋਈ ਟੈਨਸ਼ਨ ਆਵੇ, ਉਹਨਾਂ ਦਾ ਜਿਹੜਾ ਮਾਈਂਡ ਡਿਵਰਟ ਇੱਕਦਮ ਰੱਬ ਵੱਲ ਹੁੰਦਾ, ਅਤੇ ਉਹਦੇ ਨਾਲ ਕੀ ਹੈ, ਸਾਡਾ ਬ੍ਰੇਨ ਆ ਕੋਪ ਕਰ ਲੈਂਦਾ, ਅਤੇ ਜਿਹੜਾ ਸਾਨੂੰ ਆਟੋਮੈਟਿਕਲੀ ਇੱਕ ਸਹਾਰਾ ਮਿਲ ਜਾਂਦਾ। ਇਸ ਤਰੀਕੇ ਨਾਲ ਜੋ ਬੱਚੇ ਨੇ ਉਹਨਾਂ ਨੂੰ ਜੇ ਆਪਾਂ ਸ਼ੁਰੂ ਤੋਂ ਹੀ ਇੰਨਾ ਕੁ ਧਿਆਨ ਰੱਖੀਏ, ਜੇ 8 ਸਾਲ 9 ਸਾਲ ਤੋਂ ਹੀ ਜੇ ਆਪਾਂ ਨਾਲ ਲੈ ਕੇ ਜਾਵਾਂਗੇ, ਗੁਰਦੁਆਰੇ ਜਾਂਦੇ ਹਾਂ ਆਪਾਂ, ਮੰਦਰ ਜਾਂਦੇ, ਨਾਲ ਲੈ ਕੇ ਜਾਈਏ, ਤਾਂ ਉਹਨਾਂ ਦਾ ਫਿਰ ਹੀ ਰੁਝਾਨ ਬਣੇਗਾ, ਫਿਰ ਹੀ ਉਹ ਮੀਨਜ਼ ਆਪਣੀ ਜ਼ਿੰਦਗੀ 'ਚ ਅੱਗੇ ਫਾਈਟ ਕਰ ਪਾਉਣਗੇ, ਆਪਣੀ ਜੋ ਜ਼ਿੰਦਗੀ ਉਹ ਸਪੈਂਡ ਕਰ ਪਾਉਣਗੇ। ਨਹੀਂ ਤਾਂ ਫਿਰ ਜੇ ਉਹ ਇਕੱਲੇ ਰਹਿ ਗਏ, ਆਪਣੀ ਸਟੱਡੀਜ਼ ਦੇ ਵਿੱਚ ਹੀ ਬਿਜ਼ੀ ਰਹੇ, ਅਤੇ ਫਿਰ ਇੱਕ ਨਾ ਇੱਕ ਦਿਨ ਸਟਰੈਸ ਦੇ ਸ਼ਿਕਾਰ ਤਾਂ ਹੋਣਗੇ, ਕਿਉਂਕਿ ਸਾਡਾ ਜਿਹੜਾ ਇਨਵਾਇਰਮੈਂਟ ਹੈ ਉਹ ਇਸ ਤਰ੍ਹਾਂ ਦਾ ਹੀ ਹੈ ਕਿ ਦੂਸਰੇ ਨੂੰ ਸਟਰੈਸ ਦਿਓ। ਸਾਨੂੰ ਇਸ ਤਰ੍ਹਾਂ ਦੇ ਵੀ ਬਹੁਤ ਲੋਕ ਮਿਲਦੇ ਨੇ ਕਿ ਜਿਹੜੇ ਦੂਸਰੇ ਨੂੰ ਸਟਰੈਸ ਦੇ ਕੇ ਖੁਦ ਰਿਲੀਫ ਫੀਲ ਕਰਦੇ ਨੇ। ਹੋ ਸਕਦਾ ਇਹ ਵੀ ਕੋਈ ਮੈਂਟਲੀ ਡਿਸਆਰਡਰ ਹੋਵੇ, ਜਾਂ ਹੁੰਦਾ ਸ਼ਾਇਦ, ਮੀਨਜ਼ ਇਸ ਵਿੱਚ ਹੁੰਦਾ ਕਿ ਜਿਹੜੇ ਇਨਸਾਨ ਨੇ, ਕਈ ਇਨਸਾਨ ਇਸ ਤਰ੍ਹਾਂ ਦੇ ਹੁੰਦੇ ਨੇ, ਜਦੋਂ ਉਹ ਦੂਸਰੇ ਨੂੰ ਸਟਰੈਸਡ ਕਰਦੇ ਨੇ, ਦੂਸਰੇ ਦਾ ਕੁਛ ਕੰਮ ਖਰਾਬ ਕਰਦੇ ਨੇ, ਦੂਸਰੇ ਦਾ ਕੰਮ ਖਰਾਬ ਹੁੰਦਾ ਦੇਖਦੇ ਨੇ, ਤਾਂ ਉਹਨਾਂ ਨੂੰ ਬਹੁਤ ਰਿਲੀਫ ਮਿਲਦੀ ਹੈ। ਇਹ ਹੁੰਦਾ ਵੈਸੇ ਇੱਕ ਡਿਸਆਰਡਰ ਹੈ, ਪਰ ਇਹ ਸਾਡੇ ਇੱਥੇ ਨਹੀਂ ਪਤਾ, ਕਿਉਂਕਿ ਨਾ ਤਾਂ ਸਾਡੇ ਇਹਦੇ ਸਾਈਕੈਟਰਿਸਟ ਦਾ ਲੋਕਾਂ ਨੂੰ ਪਤਾ, ਅਤੇ ਇਹ ਤਾਂ ਗੱਲਾਂ ਸਿਰਫ ਇੱਕ ਸਾਈਕੈਟਰਿਸਟ ਹੀ ਦੱਸ ਸਕਦਾ ਕਿ ਕਿੰਨੇ ਤਰ੍ਹਾਂ ਦੇ ਡਿਸਆਰਡਰ ਜਿਹੜੇ ਸਾਡੇ ਅੰਦਰ ਹੁੰਦੇ ਨੇ। ਝੂਠ ਬੋਲਣ ਦਾ ਇੱਕ ਡਿਸਆਰਡਰ ਹੁੰਦਾ ਕਿ ਬੰਦਾ ਕੀ ਆ, ਉਹ ਇੱਕਦਮ ਝੂਠ ਬੋਲਦਾ ਰਹਿੰਦਾ, ਸਾਰੀ ਜ਼ਿੰਦਗੀ ਝੂਠ ਬੋਲਦਾ ਰਹਿੰਦਾ, ਪਰ ਸਾਨੂੰ ਹੌਲੀ ਹੌਲੀ ਉਹਨਾਂ ਬੰਦਿਆਂ ਦੀ ਪਹਿਚਾਣ ਹੋ ਜਾਂਦੀ ਹੈ ਕਿ ਇਹ ਬੰਦੇ ਹੈ ਤਾਂ ਠੀਕ, ਪਰ ਇਹ ਉੱਦਾਂ ਹੀ ਝੂਠ ਬੋਲਦੇ ਰਹਿੰਦੇ ਨੇ, ਪਤਾ ਨਹੀਂ ਕਿਉਂ। ਉਹ ਇੱਕ ਡਿਸਆਰਡਰ ਹੁੰਦਾ। ਬਹੁਤ ਸਾਰੇ ਲੋਕਾਂ ਨੂੰ ਜਿੱਦਾਂ ਕੁਛ ਸਮਾਨ ਚੱਕਣ ਦਾ ਹੋ ਜਾਂਦਾ ਹੈ, ਜੋ ਚੀਜ਼ ਦੇਖਦੇ ਉਹ ਚੱਕ ਲੈਂਦੇ ਨੇ,
ਤੇ ਉਹਦੇ ਵਿੱਚ ਕਈ ਜਿਹੜੇ ਹੁੰਦੇ ਨੇ ਥੋੜ੍ਹੇ ਜਿਹੇ ਪਲੈਨਰ, ਤੇ ਉਹ ਉਹਨਾਂ ਲੋਕਾਂ ਨੂੰ ਫਸਾ ਵੀ ਦਿੰਦੇ ਨੇ। ਆਹੀ ਮੀਨਸ ਕੋਈ ਵੀ ਤੁਸੀਂ ਉਹਨੂੰ ਕਹਿ ਦਿਓ, ਚੋਰ ਕਹਿ ਦਿਓ, ਤੇ ਉਹਦਾ ਤਾਂ ਬ੍ਰੇਨ ਹੀ ਇੱਦਾਂ ਦਾ, ਉਹ 'ਚ ਡਿਸਆਰਡਰ ਹੈ ਹੀ। ਇਹ ਵੀ ਇੱਕ ਡਿਸਆਰਡਰ ਹੀ ਹੈ ਕਿ ਜੋ ਬੰਦੇ ਫਟਾਫਟ ਕੋਈ ਸਮਾਨ ਦੇਖਿਆ ਤੇ ਚੱਕ ਕੇ ਆਪਣੀ ਜੇਬ 'ਚ ਪਾ ਲਿਆ। ਉਹਨਾਂ ਦੇ ਮਾਇੰਡ ਦੇ ਵਿੱਚ ਇੱਕਦਮ ਸੰਦੇਸ਼ ਹੀ ਉਹਨਾਂ ਨੂੰ ਆਉਂਦਾ ਕਿ ਛੇਤੀ ਛੇਤੀ ਚੱਕ ਲੈ, ਇਹ ਠੀਕ ਹੈ, ਸੋਹਣੀ ਚੀਜ਼ ਹੈ, ਤੇਰੀ ਹੈ। ਤੇ ਉਹ ਕੀ ਕਰਦੇ ਨੇ, ਜੋ ਵੀ ਦੇਖਦੇ ਨੇ ਤਾਂ ਕਿਤੇ ਵੀ ਜਾਂਦੇ ਨੇ, ਕਿ ਚਾਹੇ ਕਿਸੇ ਉਹ ਰਿਲੇਟਿਵ ਦੇ ਘਰ ਜਾਣ, ਚਾਹੇ ਉਹ ਕਿਤੇ ਵੀ ਜਾਣ, ਜੋ ਵੀ ਉਹਨਾਂ ਨੂੰ ਚੰਗਾ ਲੱਗੇ, ਕਿਤੇ ਟੇਬਲ 'ਤੇ ਪਿਆ ਕਿਤੇ ਵੀ, ਤੇ ਉਹ ਫਟਾਫਟ ਚੱਕ ਕੇ ਆਪਣੀ ਜੇਬ ਦੇ ਵਿੱਚ ਪਾ ਲੈਂਦੇ ਨੇ। ਇਹ ਅਸਲ 'ਚ ਇੱਕ ਹੁੰਦਾ ਡਿਸਆਰਡਰ ਹੀ ਹੈ ਵੀ। ਇਹ ਸਭ ਕੁਛ ਜੋ ਵੀ ਇਹ ਆਪਣਾ ਦਿਮਾਗ ਦੀ ਖੇਡ ਹੈ, ਦਿਮਾਗ ਸਾਨੂੰ ਕਿਸ ਤਰ੍ਹਾਂ ਲਾਈਫ 'ਚ ਚਲਾਉਂਦਾ ਹੈ, ਇਹ ਚੀਜ਼ਾਂ ਆਉਂਦੀਆਂ ਸਟਰੈਸ ਤੋਂ ਹੀ ਨੇ। ਕਿਸੇ ਨਾ ਕਿਸੇ ਟਾਈਮ 'ਤੇ, ਕਿਸੇ ਨਾ ਕਿਸੇ ਏਜ 'ਚ ਸਾਨੂੰ ਇਸ ਤਰ੍ਹਾਂ ਦੇ ਸ਼ੌਕ ਲੱਗਦੇ ਨੇ, ਜਿਸ ਦੇ ਨਾਲ ਸਾਡਾ ਜਿਹੜਾ ਮਾਇੰਡ ਹੈ ਛੋਟੀ ਏਜ ਦੇ ਵਿੱਚ ਹੀ ਉਹ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਗੈਦਰ ਕਰ ਲੈਂਦਾ ਕਿ ਉਹ ਅੱਗੇ ਜਾ ਕੇ ਇੱਕ ਡਿਜ਼ੀਜ਼ ਦਾ ਰੂਪ ਲੈ ਲੈਂਦੀ ਹੈ। ਜਿਸ ਤਰ੍ਹਾਂ ਤੁਸੀਂ ਫੋਬੀਆ ਵੀ ਦੇਖਿਆ ਹੋਏਗਾ, ਬਹੁਤ ਸਾਰੇ ਲੋਕਾਂ ਨੂੰ ਫੋਬੀਆ ਹੁੰਦਾ ਹੈ ਕਿ ਮੀਨਸ ਜਦੋਂ ਕੋਈ ਵੀ ਨਾਮ ਲਈਏ ਉਹ ਡਰ ਜਾਂਦੇ ਨੇ। ਜੇ ਕੋਈ ਕਿਸੇ ਐਨੀਮਲ ਨੂੰ ਦੇਖ ਲੈਣ ਸਕਰੀਨ 'ਤੇ, ਉਦੋਂ ਵੀ ਉਹਨਾਂ ਦੇ ਇੱਕਦਮ ਡਰ ਆ ਜਾਂਦਾ। ਉਹ ਵੀ ਜਿਹੜੇ ਫੋਬੀਆ ਕ੍ਰੀਏਟ ਹੁੰਦੇ ਨੇ, ਉਹ ਇਹ ਸਾਡੀਆਂ ਵਿਚਾਰਾਂ ਤੋਂ, ਥੋਟਸ ਤੋਂ, ਜੋ ਆਪਾਂ ਗੱਲਾਂ ਸੁਣਦੇ ਨੇ ਉਹਨਾਂ ਤੋਂ ਹੀ ਹੁੰਦੇ ਨੇ। ਉਹ ਜਿਹੜੇ ਸਟ੍ਰੈਸ ਨੇ, ਹੁਣ ਕੀ ਪਤਾ ਜਿਹੜੇ ਆਸ-ਪਾਸ ਆਪਣੇ ਜੋ ਵੀ ਚਿਲਡਰਨ ਨੇ ਜਾਂ 18 ਈਅਰਸ 19 ਈਅਰਸ ਨੇ, ਉਹ ਕਿਸ ਤਰ੍ਹਾਂ ਸੋਚਦੇ ਨੇ, ਆਪਾਂ ਨੂੰ ਇਹ ਗੱਲ ਦਾ ਪਤਾ ਨਹੀਂ ਹੁੰਦਾ। ਪਰ ਸਾਡੀਆਂ ਜਿਹੜੀਆਂ ਨੋਰਮਲ ਗੱਲਾਂ ਨੇ, ਉਹ ਜਦੋਂ ਸੁਣਦੇ ਨੇ, ਪਰ ਸਾਡੇ ਮਾਇੰਡ 'ਚ ਹੁੰਦਾ ਨਹੀਂ ਉਹ ਗੱਲ ਸੁਣ ਰਹੇ ਨੇ। ਅਤੇ ਜੇ ਆਪਾਂ ਕਿਸੇ ਦਾ ਨਾਮ ਵੀ ਵਾਰ-ਵਾਰ ਇੱਦਾਂ ਘਰ ਦੇ ਵਿੱਚ ਆਪਾਂ ਮੀਨਸ ਰਿਪੀਟ ਕਰੀਏ, ਉਹ ਇੱਦਾਂ, ਉਹ ਇੱਦਾਂ, ਉਹ ਇੱਦਾਂ, ਉਹ ਇੱਦਾਂ, ਜਾਂ ਇੱਦਾਂ ਹੀ ਕਹੀ ਜਾਈਏ ਕਿ ਉਹ ਬੰਦਾ ਨਹੀਂ ਠੀਕ, ਉਹ ਬੰਦਾ ਨਹੀਂ ਠੀਕ, ਉਹ ਬੰਦਾ ਨਹੀਂ ਠੀਕ। ਅਤੇ ਜਿਹੜੇ ਛੋਟੀ ਏਜ ਦੇ ਬੱਚੇ ਹੁੰਦੇ ਨੇ, 15 ਸਾਲ 16 ਸਾਲ 17 18 11 ਸਾਲ 12 ਸਾਲ, ਉਹਨਾਂ ਦੇ ਵਿੱਚ ਉਹ ਨਾਮ ਤੋਂ ਹੌਲੀ ਹੌਲੀ ਕੀ ਫੋਬੀਆ ਕ੍ਰੀਏਟ ਸ਼ੁਰੂ ਹੋਣਾ ਹੋ ਜਾਂਦਾ। ਫੋਬੀਆ ਜਿਹੜਾ ਉਹਨਾਂ ਦੇ ਵਿੱਚ ਆ ਜਾਂਦਾ, ਜਦੋਂ ਫਿਰ ਉਹ ਇੱਕਦਮ ਇੰਨੇ ਸਾਲ ਉਹਨਾਂ ਨੇ ਉਹ ਨਾਮ ਸੁਣਿਆ ਹੁੰਦਾ, ਅਤੇ ਇੰਨੇ ਸਾਲ ਉਹਨਾਂ ਨੇ ਇੱਕ ਨੈਗੇਟਿਵ ਥੋਟਸ ਸੁਣੇ ਹੁੰਦੇ ਆ ਆਪਣੇ ਜਿਹੜੇ ਵਿਸ਼ਵਾਸ ਪਾਤਰਾਂ ਤੋਂ ਕਿਸੇ ਇੱਕ ਇਨਸਾਨ ਦੇ ਬਾਰੇ। ਅਤੇ ਉਹ ਜਦੋਂ ਵੱਡੇ ਹੁੰਦੇ ਨੇ, ਅਤੇ ਜਦੋਂ ਉਹਨਾਂ ਨੂੰ ਨਾਮ ਫਿਰ ਸੁਣਾਈ ਜਾਂਦਾ, ਅਤੇ ਉਹ ਡਰ ਜਾਂਦੇ ਨੇ। ਉਹ ਇੱਕ ਫੋਬੀਆ ਜਿਹੜਾ ਹੁੰਦਾ, ਉਸ ਦਾ ਇਫੈਕਟ ਵੀ ਕਈ ਵਾਰ ਬਹੁਤ ਭੈੜਾ ਹੁੰਦਾ, ਕਈ ਵਾਰ ਤਾਂ ਉਹ ਬਹੁਤ ਸੀਰੀਅਸ ਡਿਜ਼ੀਜ਼ ਬਣ ਜਾਂਦੀ ਹੈ ਕਿ ਮੀਨਸ ਬੰਦਾ ਕੰਟਰੋਲ ਹੀ ਨਹੀਂ ਕਰ ਪਾਉਂਦਾ। ਇਹ ਜਿਸ ਤਰ੍ਹਾਂ ਸਾਰਾ ਇੱਕ ਸਟ੍ਰੈਸ ਸਿਸਟਮ ਹੀ ਹੁੰਦਾ ਕਿ ਜੋ ਇੱਕ ਸਾਇੰਸ ਹੁੰਦੀ ਹੈ ਕਿ ਥੋਟਸ ਹੀ ਹੁੰਦੇ ਨੇ, ਥੋਟਸ ਹੀ ਆਪਾਂ ਸੁਣਦੇ ਹਾਂ, ਉਹਨਾਂ ਦੇ ਰਾਹੀਂ ਹੀ ਸਾਡਾ ਸਟ੍ਰੈਸ ਬਣਦਾ। ਜੇ ਆਪਾਂ ਹੁਣ ਨੈਕਸਟ ਗੱਲ ਕਰੀਏ ਕਿ ਆਪਾਂ ਮੰਨ ਲਓ ਕੋਈ ਐਗਜ਼ਾਮਪਲ ਲੈਂਦੇ ਹਾਂ ਕਿ ਕੋਈ ਪੇਸ਼ੈਂਟ ਹੈ, ਕੋਈ ਸਟ੍ਰੈਸ 'ਚ ਪਿਆ ਹੋਇਆ ਕਾਫੀ ਟਾਈਮ ਤੋਂ, ਅਤੇ ਉਹਦੀ ਪੇਸ਼ੈਂਟ ਦੀ ਮੈਡੀਸਨ ਵੀ ਹੁਣ ਚੱਲ ਰਹੀ ਹੈ, ਅਤੇ ਜਿਹੜੇ ਡਾਕਟਰਸ ਨੇ ਉਹਨਾਂ ਨੇ ਤਾਂ ਚਲੋ ਆਪਣੇ ਜੋ ਵੀ ਉਹਨਾਂ ਕੋਲ ਹੁੰਦੇ ਨੇ ਸਾਲਟ ਵਗੈਰਾ, ਜੋ ਵੀ ਰਿਸਰਚ ਹੋਈ ਹੈ ਬ੍ਰੇਨ 'ਚ ਕੀ ਕੈਮੀਕਲ ਹੈ, ਕੀ ਬੈਲੈਂਸ ਹੈ, ਉਸ ਹਿਸਾਬ ਨਾਲ ਮੈਡੀਸਨ ਦਿੰਦੇ ਨੇ। ਪਰ ਜੇ ਆਪਾਂ ਉਸ ਪੇਸ਼ੈਂਟ ਨੂੰ ਜਲਦੀ ਠੀਕ ਕਰਨਾ ਹੋਵੇ, ਤਾਂ ਮੀਨਸ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਕਾਰਗਰ ਚੀਜ਼ ਹੈ, ਸਭ ਤੋਂ ਜ਼ਿਆਦਾ ਜਿਹੜਾ ਇਫੈਕਟਿਵ ਚੀਜ਼ ਹੈ ਉਹਨੂੰ ਠੀਕ ਕਰਨ ਵਾਲੀ, ਉਹ ਸਿਰਫ ਇੱਕ ਚੀਜ਼ ਹੈ। ਮੈਡੀਸਨਸ ਉਹਨੂੰ ਠੀਕ ਨਹੀਂ ਕਰ ਸਕਦੀਆਂ ਸਟ੍ਰੈਸ ਦੇ ਪੇਸ਼ੈਂਟ ਨੂੰ। ਉਹ ਹੈ ਤੁਹਾਡੀ ਟਾਕ, ਜੋ ਤੁਸੀਂ ਟਾਕ ਕਰਦੇ ਹੋ ਉਹਦੇ ਆਸ-ਪਾਸ। ਕਿਉਂਕਿ ਜੋ ਵੀ ਉਹ ਮੈਡੀਸਨ ਲੈ, ਚਾਹੇ ਉਹ ਮੀਨਸ ਕਈ ਵਾਰ ਮੰਨ ਲਓ ਡਾਕਟਰ ਦੇ ਦਿੰਦੇ ਨੇ ਡਿਪਰੈਸ ਫੀਲ ਕਰਦਾ, ਅਤੇ ਉਹ ਹੈਪੀਨੈਸ ਵਾਲਾ ਕੁਛ ਹੁੰਦਾ ਹੈ ਸਾਲਟ ਵਗੈਰਾ, ਉਹਦੇ ਨਾਲ ਕਿ ਮਾਇੰਡ ਥੋੜ੍ਹਾ ਹੈਪੀ ਫੀਲ ਕਰਦਾ। ਅਤੇ ਪਰ ਉਹ ਬੰਦਾ ਸੈਡ ਫੀਲ ਕਿਉਂ ਕਰ ਰਿਹਾ, ਉਸ ਚੀਜ਼ 'ਤੇ ਨਹੀਂ ਆਪਣੇ ਕੋਈ ਕੰਮ ਕਰਦਾ, ਕਿਉਂਕਿ ਡਾਕਟਰਸ ਕੋਲ ਵੀ ਇੰਨਾ ਅਸੈਸ ਹੁੰਦਾ ਨਹੀਂ। ਜਿਹੜੇ ਮਰੀਜ਼ ਹੁੰਦੇ ਨੇ ਉਹ ਜਿਹੜੇ ਮਰੀਜ਼ ਨੂੰ ਇੰਨਾ ਅਸੈਸ ਨਹੀਂ ਕਰ ਪਾਉਂਦੇ। ਜੇ ਤੁਸੀਂ ਸਾਈਕੈਟਰਿਸਟ ਕੋਲ ਇੱਕ ਟੈਨਸ਼ਨ ਦਾ ਮਰੀਜ਼ ਲੈ ਜਾਓਗੇ, ਸਟ੍ਰੈਸ ਦਾ ਮਰੀਜ਼ ਲੈ ਜਾਓਗੇ, ਜੇ ਉਹਦੇ ਨਾਲ ਗੱਲਬਾਤ ਵੀ ਕਰੇਗਾ ਤਾਂ ਉਹਨੂੰ ਮੀਨਸ ਕੀ ਪਤਾ ਲੱਗੇਗਾ। ਜਿੰਨਾ ਟਾਈਮ ਉਹਦੇ ਨੇੜ ਵਾਲੇ ਬੰਦੇ ਜਾਂ ਉਹਦੇ ਜਿਹੜੇ ਥੋੜ੍ਹੇ ਵਿਸ਼ਵਾਸ ਪਾਤਰ ਨੇ ਉਹਨੂੰ ਠੀਕ ਕਰਨਾ ਚਾਹੁੰਦੇ ਨੇ, ਜਿੰਨਾ ਟਾਈਮ ਉਹ ਇੱਕ ਡਾਕਟਰ ਨਾਲ ਗੱਲ ਕਰਕੇ ਉਹਨੂੰ ਉਹਦੀ ਲਾਈਫ ਨਹੀਂ ਦੱਸਦੇ, ਹਿਸਟਰੀ ਉਹਦੀ ਲਾਈਫ 'ਚ ਕੀ ਸੀ, ਕਿਸ ਤਰ੍ਹਾਂ ਸਟ੍ਰੈਸ ਲੱਗ ਸਕਦਾ ਹੈ, ਕੀ ਉਹਨੂੰ ਗੱਲਾਂ ਠੀਕ ਨਹੀਂ ਲੱਗੀਆਂ,
ਉਹ ਹੁਣ ਪੇਸ਼ੈਂਟ ਆਪ ਨਹੀਂ ਦੱਸਦਾ, ਨਾ ਪੇਸ਼ੈਂਟ ਨੂੰ ਆਪ ਨੂੰ ਯਾਦ ਹੁੰਦੀਆਂ ਜਦੋਂ ਆਪਣੇ 'ਤੇ ਸਟ੍ਰੈਸ ਆ ਜਾਏ ਜਾਂ ਡਿਪਰੈਸ਼ਨ ਦੇ ਆਪਾਂ ਰੋਗੀ ਬਣ ਜਾਈਏ। ਹੁਣ ਜੇ ਮੰਨ ਲਓ ਕੋਈ ਪੇਸ਼ੈਂਟ ਤੁਹਾਨੂੰ ਦੱਸਿਆ ਕਿ ਤੁਹਾਡੇ ਆਸ-ਪਾਸ ਹੈ ਜਾਂ ਕਿਸੇ ਘਰ 'ਚ ਹੈ, ਤੁਸੀਂ ਉਹਦੀ ਹਿਸਟਰੀ ਤਾਂ ਤੁਹਾਨੂੰ ਪਤਾ ਹੀ ਹੁੰਦੀ ਹੈ ਨਾ, ਕਿਉਂਕਿ ਆਪਾਂ ਬਚਪਨ ਤੋਂ ਕਿਸੇ ਨੂੰ ਦੇਖਿਆ ਹੁੰਦਾ, ਉਹਦੇ ਬੰਦੇ ਦੇ ਭੈਣ ਭਰਾ ਵੀ ਹੁੰਦੇ ਨੇ, ਫਰੈਂਡ ਸਰਕਲ ਵੀ ਹੁੰਦਾ, ਸਾਨੂੰ ਪਤਾ ਲੱਗ ਜਾਂਦਾ ਕਿ ਹਿਸਟਰੀ ਕੀ ਹੈ, ਕਿ ਕਿਸ ਤਰ੍ਹਾਂ ਦਾ ਉਹਦਾ ਸੁਭਾਅ ਸੀ। ਮੀਨਸ ਉਹ ਜ਼ਿਆਦਾ ਚੁੱਪ ਰਹਿਣ ਵਾਲਾ ਬੰਦਾ ਸੀ, ਜਾਂ ਜ਼ਿਆਦਾ ਗੱਲਬਾਤ ਕਰਨ ਵਾਲਾ ਬੰਦਾ ਸੀ, ਜਾਂ ਥੋੜ੍ਹਾ ਜਿਹਾ ਜਿਸ ਤਰ੍ਹਾਂ ਆਪਾਂ ਇੱਕ ਕਮੇਡੀ ਟਾਈਪ 'ਚ ਗੱਲ ਕਰਦੇ ਉਸ ਤਰ੍ਹਾਂ ਸੀ, ਜਾਂ ਉਹਦਾ ਜਿਹੜਾ ਬਿਹੇਵੀਅਰ ਕਿਸ ਤਰ੍ਹਾਂ ਸੀ ਕਿ ਆਪਾਂ ਉਸ ਨੂੰ ਸਮਝ ਕੇ ਦੇਖ ਸਕੀਏ ਕਿ ਇਹ ਜੋ ਸਟ੍ਰੈਸ ਹੈ, ਜੋ ਡਿਪਰੈਸ਼ਨ ਇੱਕਦਮ ਆ ਗਿਆ, ਉਹ ਕਿੱਥੋਂ ਆਇਆ ਹੋਏਗਾ, ਕੀ ਕਾਰਨ ਹੋਏਗਾ। ਉਹ ਸਾਨੂੰ ਬੜੀ ਆਸਾਨੀ ਨਾਲ ਪਤਾ ਲੱਗ ਜਾਂਦਾ, ਪਰ ਸਾਨੂੰ ਉਹ ਥੋੜ੍ਹਾ ਸਰਚ ਕਰਨਾ ਪੈਂਦਾ ਕਿ ਜੋ ਵੀ ਉਹਨਾਂ ਦੀ ਹਿਸਟਰੀ ਹੈ ਪੁਰਾਣੀ, ਜਿੱਥੇ ਉਹ ਰਹੇ ਜਾਂ ਜਿੱਥੇ ਉਹਨਾਂ ਦੇ ਜਿਹੜੇ ਬ੍ਰਦਰ ਸਿਸਟਰਸ ਨੂੰ ਸਭ ਤੋਂ ਜ਼ਿਆਦਾ ਪਤਾ ਹੁੰਦਾ, ਕਿਉਂਕਿ ਉਹ ਬਚਪਨ 'ਚ ਇਕੱਠੇ ਰਹਿੰਦੇ ਨੇ। ਅਤੇ ਇਹ ਚੀਜ਼ ਤੁਸੀਂ ਇੱਕ ਕਰ ਸਕਦੇ ਹਾਂ ਕਿ ਜੇ ਤੁਹਾਨੂੰ ਕੋਈ ਸਟ੍ਰੈਸ ਦਾ ਪੇਸ਼ੈਂਟ ਹੈ, ਡਿਪਰੈਸ਼ਨ ਦਾ ਪੇਸ਼ੈਂਟ ਹੈ, ਅਤੇ ਉਸ ਨੂੰ ਤੁਸੀਂ ਪੂਰੀ ਉਹਦਾ ਦੇਖ ਕੇ, ਉਹਦੇ ਰਿਸ਼ਤੇਦਾਰਾਂ ਨਾਲ ਗੱਲ ਕਰਕੇ, ਬ੍ਰਦਰ ਸਿਸਟਰਸ ਨਾਲ ਗੱਲ ਕਰਕੇ, ਇੱਕ ਨੋਟਸ ਤੁਹਾਨੂੰ ਨਾਲ ਨਾਲ ਬਣਾਉਣੇ ਪੈਣਗੇ। ਜੋ ਬੰਦਾ ਇਲਾਜ ਕਰਨਾ ਚਾਹੁੰਦਾ, ਇੱਕ ਨੋਟਸ ਬਣਾਏ ਜਾਣ ਕੇ ਇਸ ਬੰਦੇ ਨੇ ਮੈਨੂੰ ਆਹ ਗੱਲ ਕਹੀ, ਇਸ ਬੰਦੇ ਨੇ ਆਹ ਗੱਲ ਕਹੀ, ਫਿਰ ਸਾਨੂੰ ਉਸ ਨੂੰ ਆਪਾਂ ਇੱਕ ਐਨਾਲਾਈਜ਼ ਕਰ ਸਕਦੇ ਹਾਂ ਕਿ ਇਹਨਾਂ ਦੇ ਵਿੱਚੋਂ ਕਿਹੜੀ ਗੱਲ ਸਟ੍ਰੈਸ ਵਾਲੀ ਹੈ, ਕਿਸ ਤਰ੍ਹਾਂ ਸਟ੍ਰੈਸ ਲੱਗ ਸਕਦਾ। ਫਿਰ ਉਸ ਬੇਸ 'ਤੇ ਆਪਾਂ ਕੀ ਕਰਾਂਗੇ, ਟਾਕਸ ਜਿਹੜੀਆਂ ਸਟਾਰਟ ਕਰ ਦਾਂਗੇ। ਕਿਉਂਕਿ ਪੇਸ਼ੈਂਟ ਕੀ ਹੁੰਦੇ ਆ, ਜਦੋਂ ਸਾਡਾ ਬ੍ਰੇਨ ਵੀਕ ਹੋ ਜਾਂਦਾ ਨਾ, ਉਹ ਫਿਰ ਜ਼ਿਆਦਾ ਮੀਨਸ ਦੱਸ ਨਹੀਂ ਪਾਉਂਦੇ ਕਿ ਮੈਨੂੰ ਇਹ ਗੱਲ ਨਹੀਂ ਠੀਕ ਲੱਗਦੀ, ਇਹ ਗੱਲ ਨਾ ਕਰੋ, ਜਾਂ ਮੈਨੂੰ ਇਹ ਗੱਲ ਨਹੀਂ ਠੀਕ ਲੱਗਦੀ, ਇਹ ਨਾ ਕਰੋ। ਉਹਨਾਂ 'ਚ ਫਿਰ ਹਿੰਮਤ ਰਹਿੰਦੀ ਨਹੀਂ ਜ਼ਿਆਦਾ ਮੱਥਾ ਮਾਰਨ ਦੀ, ਉਹ ਫਿਰ ਚੁੱਪ ਕਰਕੇ ਬੈਠੇ ਰਹਿੰਦੇ ਨੇ ਆਪਣਾ, ਕਿ ਉਹਨਾਂ ਨੂੰ ਪਤਾ ਹੁੰਦਾ ਕਿ ਇੰਨਾ ਕਿੰਨਾ ਕੁ ਹੁਣ ਸਮਝਾ ਲਈਏ ਕਿ ਜਦੋਂ ਮੀਨਸ ਲਾਈਫ ਸਾਰੀ ਲੰਘ ਗਈ, ਅਤੇ ਕਿੰਨਾ ਕੁ ਆਪਾਂ ਕਹਿ ਸਕਦੇ ਹਾਂ ਕਿ ਇਸ ਗੱਲ ਦੀ ਪਰੇਸ਼ਾਨੀ, ਇਸ ਗੱਲ ਦੀ ਪਰੇਸ਼ਾਨੀ। ਅਤੇ ਪਰ ਜੇ ਮੀਨਸ ਕੋਈ ਕੋਸ਼ਿਸ਼ ਕਰੇ, ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ, ਫਿਰ ਸਾਨੂੰ ਪਤਾ ਲੱਗ ਸਕਦਾ ਉਹਦੇ ਲਾਈਫ 'ਚ ਕੀ ਸਟ੍ਰੈਸ ਹੋਏਗਾ, ਅਤੇ ਉਹਦੇ ਬੇਸ 'ਤੇ ਜੇ ਟਾਕਸ ਕੀਤੀਆਂ ਜਾਣਗੀਆਂ, ਜੋ ਟਾਕਸ ਮੀਨਸ ਦਬਾਅ ਪਾਉਂਦੀਆਂ, ਉਹ ਟਾਕਸ ਨਹੀਂ ਹੋਣੀਆਂ ਚਾਹੀਦੀਆਂ ਬਿਲਕੁਲ। ਜੋ ਟਾਕਸ ਥੋੜ੍ਹਾ ਹੌਸਲਾ ਕ੍ਰੀਏਟ ਕਰਦੀਆਂ, ਇਸ ਤਰ੍ਹਾਂ ਦੀਆਂ ਟਾਕਸ ਹੋਣ। ਇਹ ਨਹੀਂ ਗਾ ਕਿ ਮੀਨਸ ਇਹ ਕਹਿਣ ਲੱਗ ਪੈਣਾ, ਜਿਹੜੇ ਜ਼ਿਆਦਾ ਸਿੱਧੇ ਬੰਦੇ ਆ ਉਹ ਹਸਾਉਣ ਹੀ ਲੱਗ ਪੈਣ ਜਾ ਕੇ ਕਿ ਆਪਾਂ ਹਾਸੇ ਦੀਆਂ ਗੱਲਾਂ ਕਰੀਏ। ਉਹ ਇਸ ਤਰ੍ਹਾਂ ਵੀ ਹੁੰਦਾ ਕਿ ਗੱਲ ਨੂੰ ਕੋਈ ਜ਼ਿਆਦਾ ਡੀਪਲੀ ਸਮਝ ਨਹੀਂ ਪਾਉਂਦਾ, ਉਹ ਹਸਾਉਣ ਦੀ ਕੋਸ਼ਿਸ਼ ਕਰਦੇ ਨੇ ਬਹੁਤ ਕਿ ਆਪਾਂ ਹਸਾਈਏ, ਹਾਸੇ ਮਜ਼ਾਕਾਂ ਦੀਆਂ ਗੱਲਾਂ ਕਰੀਏ ਅਤੇ ਫਿਰ ਸਟ੍ਰੈਸ ਠੀਕ ਹੋ ਜਾਏਗੀ। ਇਸ ਤਰ੍ਹਾਂ ਨਹੀਂ, ਕਿਉਂਕਿ ਉਹ ਹਾਸੇ ਮਜ਼ਾਕ ਦੀ ਗੱਲ ਤੁਹਾਨੂੰ ਪਤਾ ਹੀ ਹੁੰਦਾ ਵਾ ਆਪਣੇ ਬ੍ਰੇਨ ਨੂੰ, ਕਿਉਂਕਿ ਆਪਾਂ ਬ੍ਰੇਨ ਦੇ ਜਿਹੜੇ ਥੋਟਸ ਨੇ ਉਹਨਾਂ ਨੂੰ ਚੇਂਜ ਕਰਨਾ ਹੁੰਦਾ। ਜੇ ਉਹ ਜਿਹੜੇ ਬੰਦੇ ਸਟ੍ਰੈਸ ਵਾਲੇ ਹੁੰਦੇ ਨੇ, ਜਿਹੜੇ ਥੋਟਸ ਅੰਦਰ ਨੇ, ਸਬਕੌਨਸ਼ੀਅਸ ਮਾਈਂਡ 'ਚ ਬੈਠੇ ਹੁੰਦੇ ਨੇ, ਉਹ ਹਾਸੇ ਮਜ਼ਾਕ ਦੀਆਂ ਗੱਲਾਂ ਕਰਨ ਨਾਲ, ਇਸ ਤਰ੍ਹਾਂ ਆਪਾਂ ਹੈਪੀਨੈਸ ਦਾ ਮਾਹੌਲ ਜਿਹਾ ਵੀ ਬਣਾ ਲਈਏ, ਤਾਂ ਵੀ ਉਹ ਜਿਹੜੇ ਥੋਟਸ ਅੰਦਰੋਂ ਚੇਂਜ ਨਹੀਂ ਹੁੰਦੇ। ਥੋੜ੍ਹਾ ਜਿਹਾ ਰਿਲੀਫ ਮਿਲਦਾ, ਜਿਸ ਤਰ੍ਹਾਂ ਇੱਕ ਆਪਾਂ ਮੈਡੀਸਨ ਖਾ ਲੈਂਦੇ ਹਾਂ, ਮੈਡੀਸਨ ਤੋਂ ਬੈਟਰ ਆ ਕਿ ਆਪਾਂ ਥੋੜ੍ਹਾ ਜਿਹਾ ਹਾਸੇ ਮਜ਼ਾਕ ਦਾ ਜੇ ਕਦੇ ਕਦਾਈ ਮਾਹੌਲ ਬਣੇ, ਤਾਂ ਫਿਰ ਜਿਹੜੇ ਸਟ੍ਰੈਸ ਵਾਲੇ ਬੰਦੇ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਠੀਕ ਮਹਿਸੂਸ ਹੁੰਦਾ, ਜਿਸ ਤਰ੍ਹਾਂ ਇੱਕ ਟੈਬਲੇਟ ਆਪਾਂ ਲਈ ਹੋਵੇ। ਅਤੇ ਪਰ ਜੋ ਜਿਹੜੇ ਥੋਟਸ ਨੇ ਉਹਨਾਂ ਨੂੰ ਆਪਾਂ ਜੇ ਦੇਖਣਾ ਹੋਵੇ, ਤਾਂ ਸਾਨੂੰ ਥੋਟਸ ਵੀ ਉਸ ਤਰੀਕੇ ਨਾਲ ਹੀ ਕਰਨੇ ਪੈਣਗੇ। ਜਿਸ ਤਰ੍ਹਾਂ ਕੋਈ ਆਪਾਂ ਥੋਟ ਦੀ ਗੱਲ ਕਰੀਏ, ਜੇ ਮੰਨ ਲਓ ਹੁਣ ਕੋਈ ਪੇਸ਼ੈਂਟ ਹੈ ਕਿ ਉਸ ਦਾ ਜਦੋਂ ਮੀਨਸ ਉਹਦੀ ਕੋਈ ਸਟੱਡੀ ਚੱਲ ਰਹੀ ਸੀ, ਜਾਂ ਮੀਨਸ ਜਦੋਂ ਉਹਦੀ ਏਜ, ਜਦੋਂ ਨੇ ਜੋਬ ਵਗੈਰਾ ਲੱਭਣੀ ਸੀ, ਉਹ ਇੰਟਰਵਿਊ ਦੇਣ ਜਾਂਦਾ ਕਿ ਉਹ ਹੁੰਦਾ ਮੀਨਸ ਕਾਫੀ ਇੰਟੈਲੀਜੈਂਟ ਆ, ਉਹਦੇ ਮਾਰਕਸ ਵੀ ਵਧੀਆ ਹੁੰਦੇ ਆ, ਜਿੱਦਾਂ ਤੁਸੀਂ ਕਹਿ ਲਓ ਕਿ 90%। ਪਰ ਉਹ ਜਦੋਂ ਇੰਟਰਵਿਊ ਜਾਂਦਾ ਦੇਣ ਵਾਸਤੇ, ਉਦੋਂ ਹੁੰਦਾ ਕੀ ਹੈ ਕਿ ਜਿਹੜਾ ਸਾਹਮਣੇ ਇੰਟਰਵਿਊ ਜਿਸਨੇ ਕੰਡਕਟ ਕਰਨੀ ਹੈ, ਉਹ ਉਸ ਨੂੰ ਮੀਨਸ ਇਹ ਗੱਲ ਕਹਿ ਦਿੰਦਾ ਕਿ ਤੈਨੂੰ ਨਹੀਂ ਆਉਂਦਾ ਕੁਛ, ਤੂੰ ਇੱਥੋਂ ਜਾ, ਸਿੱਧਾ ਕਹਿ ਦਿੰਦਾ ਮੂੰਹ 'ਤੇ। ਹੁਣ ਇਹ ਜਿਹੜੀ ਗੱਲ ਆ, ਜਿਹੜੇ ਬੰਦਿਆਂ ਦੇ 90% ਹੁੰਦੇ, 95% ਹੁੰਦੇ, ਉਹਨਾਂ ਨੂੰ ਇਹ ਗੱਲ ਇੰਨੀ ਹਿੱਟ ਹੁੰਦੀ ਆ ਕਿ ਉਹ ਸਟ੍ਰੈਸ ਦੇ ਪੇਸ਼ੈਂਟ ਬਣ ਜਾਂਦੇ ਨੇ, ਕਿਉਂਕਿ ਉਹਨਾਂ ਦੀ ਮਿਹਨਤ ਬੜੀ ਹੁੰਦੀ ਬੁੱਕਸ ਪੜ੍ਹਨ ਦੇ ਵਿੱਚ,
ਤੇ ਜਿਹੜਾ ਹੁਣ ਇੰਟਰਵਿਊਅਰ ਆ ਉਹਦਾ ਕੀ ਪਤਾ ਉਹਦਾ ਕੀ ਮੀਨਸ ਹੋਵੇ, ਕਿਸੇ ਨੇ ਸਿਫਾਰਿਸ਼ 'ਤੇ ਰੱਖਿਆ ਹੋਵੇ ਜਾਂ ਕੋਈ ਰਿਸ਼ਤੇਦਾਰ ਹੋਵੇ, ਰਿਸ਼ਤੇਦਾਰਾਂ ਦਾ ਰਿਸ਼ਤੇਦਾਰ ਹੋਵੇ ਕਿਸਮਤ ਨਾਲ ਉੱਚੀ ਸੀਟ 'ਤੇ ਬੈਠਾ, ਉਹ ਕਹਿ ਦੇਵੇ ਜੀ ਮਤਲਬ ਕਿ ਇਹਨੂੰ ਕੁਝ ਨਹੀਂ ਆਉਂਦਾ, ਇਹਨੂੰ ਤੁਸੀਂ ਲੈ ਜਾਓ ਇੱਥੋਂ। ਅਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਹ ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ ਇਹ ਅਸਰ ਕਰਦੀਆਂ ਨੇ, ਪਰ ਜੋ ਇਹਨਾਂ ਉਹਨਾਂ ਨੂੰ ਪਤਾ ਹੀ ਹੋਵੇ ਤਾਂ ਉਹ ਕਹਿਣ ਹੀ ਕਿਉਂ। ਇਹ ਇੱਕ ਕਾਰਨ ਬਣ ਜਾਂਦਾ। ਜਿਸ ਤਰ੍ਹਾਂ ਇੱਕ ਆਪਾਂ ਐਗਜ਼ਾਮਪਲ ਆ ਕਿ ਇਸ ਤਰ੍ਹਾਂ ਦੀ ਜਦੋਂ ਆਪਾਂ ਗੱਲ ਸੁਣਦੇ ਹਾਂ ਆਪਣੇ ਪਰਸਨੈਲਿਟੀ ਦੇ ਬਿਲਕੁਲ ਆਪੋਜ਼ਿਟ, ਉਹ ਸਾਡੇ ਮਾਈਂਡ ਨੂੰ ਬਹੁਤ ਸਟੋਕ ਦਿੰਦੀ ਹੈ। ਜਾਂ ਜਿਸ ਤਰ੍ਹਾਂ ਆਪਾਂ ਸੈਕਿੰਡ ਐਗਜ਼ਾਮਪਲ ਦੀ ਗੱਲ ਕਰੀਏ ਕਿ ਮੀਨਸ ਕੋਈ ਇਸ ਤਰ੍ਹਾਂ ਦੇ ਪਰਸਨ ਨੇ ਜਿਹੜੇ ਪਰਸਨ ਜਿਸ ਤਰ੍ਹਾਂ ਗੁੱਡ ਨੇ, ਕੋਈ ਮੰਨ ਲਓ ਆਪਾਂ ਦੇਖਿਆ ਕਿ ਕੋਈ ਬੰਦਾ ਹੈਲਪਫੁਲ ਆ, ਸਾਰਿਆਂ ਦੀ ਹੈਲਪ ਕਰ ਰਿਹਾ, ਇਹ ਸ਼ਾਇਦ ਆਪਾਂ ਪਹਿਲਾਂ ਵੀ ਡਿਸਕਸ ਕੀਤੀ ਸੀ ਗੱਲ। ਜਿਹੜੇ ਬੰਦੇ ਥੋੜ੍ਹੇ ਜਿਹੇ ਨਾਈਸ ਹੁੰਦੇ ਨੇ, ਹੈਲਪਫੁਲ ਹੁੰਦੇ ਨੇ, ਹੁਣ ਸਾਨੂੰ ਤਾਂ ਪਤਾ ਸਾਡੀ ਤਾਂ ਲਾਈਫ ਲੰਘ ਗਈ ਉਹਨਾਂ ਲੋਕਾਂ ਦੇ ਵਿੱਚ ਕਿ ਬਹੁਤ ਬੁਰੇ ਟਾਈਮ 'ਤੇ ਵੀ ਜੇ ਕਿਸੇ ਨੇ ਹੈਲਪ ਕੀਤੀ ਆ, ਅਤੇ ਮੀਨਸ ਕੀ ਹੁੰਦਾ ਨੈਕਸਟ ਲਾਈਫ ਦੇ ਵਿੱਚ ਸਾਡੇ ਉੱਪਰ ਲੋਕ ਇਸ ਤਰ੍ਹਾਂ ਦੇ ਆ ਜਾਂਦੇ ਨੇ ਜਿਨ੍ਹਾਂ ਦੇ ਅਸੀਂ ਅੰਡਰ ਹੁੰਦੇ ਹਾਂ, ਅਤੇ ਅਸੀਂ ਉਹਨਾਂ 'ਤੇ ਡਿਪੈਂਡੈਂਟ ਵੀ ਹੁੰਦੇ ਹਾਂ, ਅਤੇ ਅਸੀਂ ਉਹਨਾਂ ਨੂੰ ਇੰਨਾ ਕੁਛ ਕਹਿ ਵੀ ਨਹੀਂ ਸਕਦੇ, ਸਮਝਾ ਵੀ ਨਹੀਂ ਸਕਦੇ। ਜੇ ਉਹ ਲੋਕ ਮੀਨਸ ਉਸ ਪਰਸਨ ਦੇ ਬਾਰੇ ਇਸ ਤਰ੍ਹਾਂ ਦੀ ਗੱਲ ਕਹਿ ਦੇ ਜੋ ਬਹੁਤ ਕੌੜੀ ਹੋਵੇ, ਸੁਣਨ ਦੇ ਲਾਇਕ ਨਾ ਹੋਵੇ, ਤਾਂ ਉਹ ਜਿਹੜੀ ਬਹੁਤ ਸੱਟ ਵੱਜਦੀ ਆ ਉਦੋਂ ਦਿਮਾਗ 'ਤੇ ਆਪਣੇ ਅੰਦਰੂਨੀ, ਉਹਦੇ ਨਾਲ ਇੱਕ ਸਟ੍ਰੈਸ ਜਿਹੜਾ ਡਿਪਰੈਸ਼ਨ ਦੇ ਬਹੁਤ ਗੰਭੀਰ ਰੋਗ ਸਟਾਰਟ ਹੋ ਜਾਂਦੇ ਨੇ। ਕਿਉਂਕਿ ਉਹ ਬੰਦਾ ਫਿਰ ਕਹਿ ਵੀ ਨਹੀਂ ਸਕਦਾ, ਉਹਨੂੰ ਕਹਿਣਾ ਵੀ ਕੀ ਹੁੰਦਾ। ਜੇ ਹੁਣ ਆਪਾਂ ਨੂੰ ਕੋਈ ਪਰਸਨ ਨੂੰ ਆਪਾਂ ਦੇਖਿਆ ਹੁੰਦਾ, ਸਾਨੂੰ ਪਤਾ ਹੁੰਦਾ ਕਿ ਗੁੱਡ ਆ, ਅਤੇ ਉਹਨੂੰ ਜੇ ਕੋਈ ਬੰਦਾ ਕਵੇ ਇਹਨੂੰ ਕੱਖ ਨਹੀਂ ਆਉਂਦਾ, ਜਾਂ ਇਹ ਗੱਲ ਕਵੇ ਕਿ ਤਾਂ ਇਹ ਹੈ, ਤਾਂ ਇਸ ਤਰ੍ਹਾਂ ਹੈ, ਉਸ ਤਰ੍ਹਾਂ ਹੈ, ਅਤੇ ਜਿਹੜੇ ਬੰਦਿਆਂ ਨੇ ਵਿਸ਼ਵਾਸ ਕੀਤਾ ਹੁੰਦਾ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਗਹਿਰਾ ਅਸਰ ਪੈਂਦਾ। ਹੁਣ ਇਹ ਦੇਖੋ, ਇਹ ਸਾਇੰਸ ਜਿਹੜੀ ਇਹ 'ਚ ਸਟ੍ਰੈਸ ਦੀ ਕੀ ਬਣੇਗੀ ਜੇ ਆਪਾਂ ਕਿ ਸਾਇੰਸ ਆਫ ਸਟ੍ਰੈਸ ਕੀ ਹੈ ਕਿ ਜਿਹੜੇ ਥੋਟਸ ਨੇ ਉਹ ਇਨਸਾਨ ਬੋਲਣ ਲੱਗਾ ਨਹੀਂ ਸੋਚਦਾ, ਅਤੇ ਉਹ ਥੋਟਸ ਹੀ ਸਾਡੇ ਸਟਰਾਈਕ ਕਰਦੇ ਨੇ। ਥੋਟਸ ਦੇ ਨਾਲ ਹੀ ਸਾਡਾ ਜਿਹੜਾ ਇੱਕ ਤੁਸੀਂ ਸਟੋਕ ਕਹਿ ਸਕਦੇ ਹਾਂ, ਸਟੋਕ ਵਾਂਗ ਇੱਦਾਂ ਇੱਕ ਫੀਲ ਹੁੰਦਾ, ਜਿਸ ਤਰ੍ਹਾਂ ਕਹਿੰਦੇ ਨੇ ਆਪਾਂ ਨੂੰ ਹੀਟ ਸਟੋਕ ਲੱਗ ਗਿਆ, ਉੱਤੋਂ ਆਪਾਂ ਨੂੰ ਮੀਨਸ ਪ੍ਰੋਬਲਮਸ ਆ ਜਾਂਦੀਆਂ ਨੇ। ਇਸ ਤਰ੍ਹਾਂ ਹੀ ਸਾਡੇ ਬ੍ਰੇਨ ਨੂੰ ਵੀ ਇੱਦਾਂ ਸਟੋਕ ਲੱਗਦੇ ਨੇ। ਇਸ ਤਰ੍ਹਾਂ ਮੀਨਸ ਜਿਹੜੇ ਇਨਸਾਨਾਂ ਦੀ ਜ਼ਿੰਦਗੀ 'ਚ ਇੱਦਾਂ ਦੇ ਲੋਕ ਹੁੰਦੇ ਨੇ, ਉਹ ਉਹਨਾਂ ਨੂੰ ਇਸ ਤਰ੍ਹਾਂ ਦਾ ਕੁਛ ਕਰਦੇ ਹੀ ਰਹਿੰਦੇ ਨੇ ਲਾਈਫ ਟਾਈਮ। ਉਹਨਾਂ ਨੂੰ ਇਹ ਗੱਲ ਦੀ ਸਮਝ ਹੁੰਦੀ ਨਹੀਂ ਕਿ ਇਹ ਜੋ ਆ ਉਹ ਗੱਲਾਂ ਕਰਦੇ ਨੇ, ਜੋ ਸਭ ਕੁਛ ਉਹ ਕਹਿ ਰਹੇ ਨੇ, ਇਹ ਮੀਨਸ ਹਾਰਮਫੁਲ ਆ ਇੱਕ ਇਨਸਾਨ ਵਾਸਤੇ। ਉਹਨਾਂ ਨੂੰ ਇੱਕ ਡਿਪਰੈਸ਼ਨ ਦਾ ਜਿਹੜਾ ਮਰੀਜ਼ ਬਣਾ ਸਕਦਾ। ਹੁਣ ਮੀਨਸ ਜਿਹੜੀਆਂ ਇਹ ਐਗਜ਼ਾਮਪਲਸ ਨੇ ਜਾਂ ਇਸ ਤਰ੍ਹਾਂ ਦੇ ਇਨਸਾਨ ਨੇ, ਜੇ ਸਾਨੂੰ ਪੇਸ਼ੈਂਟ ਇਹ ਗੱਲ ਦੱਸ ਦੇਵੇ ਕਿ ਮੇਰੀ ਜਿਹੜੀ ਲਾਈਫ ਸੀ ਪੁਰਾਣੀ, ਜਾਂ 10 ਸਾਲ ਪਹਿਲਾਂ ਜਾਂ 8 ਸਾਲ ਪਹਿਲਾਂ ਮੈਨੂੰ ਇਸ ਤਰ੍ਹਾਂ ਦੇ ਲੋਕ ਮਿਲੇ ਸੀ ਜਿਨ੍ਹਾਂ ਨੇ ਮੈਨੂੰ ਇਹ ਵਾਲੀਆਂ ਗੱਲਾਂ ਕਹੀਆਂ, ਅਤੇ ਮੈਂ ਉਹ ਸਹਾਰ ਨਹੀਂ ਸਕਿਆ। ਜੇ ਪੇਸ਼ੈਂਟ ਇਹ ਗੱਲ ਦੱਸ ਦੇਵੇ ਤਾਂ ਫਿਰ ਮੀਨਸ ਉਹਦਾ ਜਿਹੜਾ ਬ੍ਰੇਨ ਆਟੋਮੈਟਿਕਲੀ ਇੱਕ ਰਿਲੈਕਸੇਸ਼ਨ ਮੋਡ ਦੇ ਵਿੱਚ ਜਿੱਦਾਂ ਚਲਿਆ ਜਾਂਦਾ। ਫਿਰ ਬ੍ਰੇਨ ਆਪਣੇ ਆਪ ਹੀ ਕੰਮ, ਜਿਹੜੇ ਸਾਡੇ ਅੰਦਰ ਥੋਟ ਹੁੰਦੇ ਨੇ, ਜਦੋਂ ਅਸੀਂ ਉਹ ਬੋਲ ਦਈਏ ਥੋਟਸ ਨੂੰ, ਸਾਡਾ ਜਿਹੜਾ ਸਟ੍ਰੈਸ ਦੀ ਜਿਹੜੀ ਪ੍ਰੋਬਲਮ ਆ ਆਟੋਮੈਟਿਕਲੀ ਉਹ ਖ਼ਤਮ ਹੋ ਜਾਂਦੀ ਆ। ਬ੍ਰੇਨ ਸਾਡਾ ਫਿਰ ਸਾਨੂੰ ਸਟੇਬਲ ਕਰਨਾ ਸਟਾਰਟ ਕਰ ਦਿੰਦਾ। ਜਦੋਂ ਆਪਾਂ ਥੋਟਸ ਕਿਸੇ ਨੂੰ ਦੱਸਦੇ ਨਹੀਂ, ਜਦੋਂ ਬੋਲਦੇ ਨਹੀਂ, ਉਦੋਂ ਸਾਡੇ 'ਚ ਸਟ੍ਰੈਸ ਲਗਾਤਾਰ ਦਿਨ ਬਰ ਦਿਨ ਵੱਧਦੀ ਰਹਿੰਦੀ ਹੈ। ਅਤੇ ਇਹੀ ਹੈ ਕਿ ਜਿਹੜੇ ਬੰਦੇ ਸਟੇਬਲ ਬੈਠੇ ਨੇ, ਜਿਨ੍ਹਾਂ ਨੂੰ ਅਜੇ ਸਟ੍ਰੈਸ ਥੋੜ੍ਹੀ ਬਹੁਤ ਹੈ, ਜੋ ਵੀ ਆਪਣੇ ਥੋਟਸ ਹੁੰਦੇ ਨੇ ਆਪਣੇ ਵਿਸ਼ਵਾਸ ਪਾਤਰਾਂ ਨਾਲ ਸ਼ੇਅਰ ਕਰਿਆ ਕਰੋ। ਕਿ ਜੇ ਆਪਾਂ ਥੋਟਸ ਆਪਣੇ ਸ਼ੇਅਰ ਕਰਾਂਗੇ, ਸਾਡੇ 'ਤੇ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਸਟ੍ਰੈਸ ਨਹੀਂ ਬਣੇਗਾ। ਕਿ ਥੋਟਸ ਕੀ ਹੁੰਦੇ ਨੇ, ਜਿਹੜੇ ਸਮਝਦਾਰ ਬੰਦੇ ਨੇ, ਐਜੂਕੇਟਡ ਬੰਦੇ ਹੀ ਗੱਲ ਕਰਦੇ ਨੇ ਆਪਸ 'ਚ। ਜੇ ਆਪਾਂ ਸ਼ੇਅਰ ਕਰਾਂਗੇ ਤਾਂ ਮੀਨਸ ਕੋਈ ਕਿਸੇ ਨੂੰ ਇੰਨਾ ਬੁਰਾ ਨਹੀਂ ਲੱਗਦਾ। ਪਤਾ ਹੁੰਦਾ ਸਭ ਨੂੰ ਕਿ ਜੇ ਕੋਈ ਸ਼ੇਅਰ ਕਰਦਾ ਉਹਦੀ ਗੱਲ ਸੁਣੋ ਜ਼ਰੂਰ, ਕਿਉਂਕਿ ਸਾਡੀ ਏਜ ਹੁੰਦੀ ਸੁਣਨ ਵਾਲੀ। ਆਪਾਂ ਕਿਹੜਾ ਕੋਈ ਜਦੋਂ ਬੱਚੇ ਹਾਂ ਉਦੋਂ ਇੱਦਾਂ ਬੋਲਣਾ ਕਿਸੇ ਨੇ ਜਾ ਕੇ ਜਾਂ ਸ਼ੇਅਰ ਕਰਨਾ, ਅਤੇ ਆਪਾਂ ਜਦੋਂ ਸਾਡੀ ਏਜ ਆ 35 40 ਤੱਕ ਜੋ ਵੀ ਸਾਨੂੰ ਫੀਲ ਹੁੰਦਾ ਸਟ੍ਰੈਸ, ਉਹ ਸਾਨੂੰ ਦੱਸਣਾ ਚਾਹੀਦਾ ਕਿ ਇਹਨਾਂ ਚੀਜ਼ਾਂ ਤੋਂ ਮੈਨੂੰ ਸਟ੍ਰੈਸ ਆ, ਕਿ ਤਾਂ ਕਿ ਜਿਹੜੇ ਬੰਦੇ ਨੇ ਫੈਮਿਲੀ ਵਾਲੇ ਨੇ ਉਹ ਅਵੇਅਰ ਹੋ ਸਕਣ ਕਿ ਅਸੀਂ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ। ਅਤੇ ਇਹ ਮੀਨਸ ਬਹੁਤ ਲੋਕ ਨਹੀਂ ਦੱਸ ਪਾਉਂਦੇ, ਕਿਉਂਕਿ ਇੱਕ ਫੀਅਰ ਵੀ ਹੁੰਦਾ, ਫੀਅਰ ਕ੍ਰੀਏਟ ਹੋ ਜਾਂਦਾ। ਜੇ ਮੀਨਸ ਇਹ ਦੱਸਿਆ ਪਤਾ ਨਹੀਂ ਕੀ ਹੋਏਗਾ, ਕਿਉਂਕਿ ਉਹ ਫੀਅਰ ਵੀ ਸਾਡੇ
ਘਰ ਪਰਿਵਾਰ ਤੋਂ ਹੀ ਆਉਂਦਾ। ਮੀਨਸ ਕਈ ਵਾਰ ਸਾਡੀਆਂ ਜਿਹੜੀਆਂ ਟਾਕਸ ਹੀ ਹੁੰਦੀਆਂ ਨੇ, ਮੇਜਰ ਰੋਲ ਤਾਂ ਟਾਕਸ ਹੀ ਕਰਦੀਆਂ ਨੇ ਜੋ ਆਪਾਂ ਗੱਲ ਕਰਦੇ ਹਾਂ। ਕਈ ਵਾਰ ਸਾਡੀਆਂ ਗੱਲਾਂ ਹੀ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜਾ ਦੂਸਰੇ ਬੰਦੇ 'ਚ ਮੀਨਸ ਡਰ ਜਾਈ ਜਾਵੇ। ਕਈ ਬੰਦੇ ਹੁਣ ਮੀਨਸ ਆਪਣਾ ਥੋੜ੍ਹਾ ਜਿਹਾ ਰੋਹ ਬਣਾਉਣ ਵਾਸਤੇ ਹੀ ਗੱਲਾਂ ਇੱਦਾਂ ਕਰਦੇ ਨੇ, ਅਸੀਂ ਇੱਦਾਂ ਕਰਤਾ, ਅਸੀਂ ਉਹ ਕਰਤਾ, ਅਸੀਂ ਆਹ ਕਰਤਾ। ਅਤੇ ਉਹ ਜਿਹੜੇ ਸੁਣਨ ਵਾਲੇ ਬੰਦੇ ਹੁੰਦੇ ਨੇ ਉਹਨਾਂ ਦੇ ਮਾਇੰਡ ਦੇ ਵਿੱਚ ਥੋਟਸ ਬੈਠ ਜਾਂਦੇ ਨੇ। ਹੁਣ ਇਹ ਕਿਸੇ ਨੂੰ ਇਹ ਗੱਲ ਦਾ ਇੰਨਾ ਪਤਾ ਨਹੀਂ ਹੁੰਦਾ ਕਿ ਇਹ ਜਿਹੜੇ ਥੋਟਸ ਆ ਇਹ ਕਿਸ ਤਰ੍ਹਾਂ ਕੰਮ ਕਰਨਗੇ ਆਉਣ ਵਾਲੇ ਟਾਈਮ 'ਚ। ਇਸ ਤਰੀਕੇ ਨਾਲ ਜੇ ਆਪਾਂ ਇਹ ਚੀਜ਼ਾਂ ਦਾ ਦੇਖ ਲਈਏ, ਐਨਾਲਾਈਜ਼ ਕਰ ਲਈਏ, ਅਤੇ ਅਸੀਂ ਸਟਰੈਸ ਦੇ ਪੇਸ਼ੈਂਟ ਨੂੰ ਆਸਾਨੀ ਦੇ ਨਾਲ ਟਾਕਸ ਦੇ ਥਰੂ ਹੀ ਉਹਨੂੰ ਸਟਰੈਸ 'ਚੋਂ ਕੱਢ ਸਕਦੇ ਹਾਂ, ਡਿਪਰੈਸ਼ਨ 'ਚੋਂ ਉਹਨੂੰ ਕੱਢ ਸਕਦੇ ਹਾਂ। ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਜਿੰਨੇ ਵੀ ਸਾਈਕੈਟਰਿਸਟ ਨੇ ਉਹ ਕਾਉਂਸਲਿੰਗ ਕਰਦੇ ਨੇ। ਕਾਉਂਸਲਿੰਗ ਦਾ ਮਤਲਬ ਹੁੰਦਾ ਗੱਲਬਾਤ। ਇਹ ਦੋ ਤਰੀਕੇ ਦੀ ਕਾਉਂਸਲਿੰਗ ਹੁੰਦੀ ਹੈ। ਇੱਕ ਤਾਂ ਕਾਉਂਸਲਿੰਗ ਆਪਣੇ ਜਿਹੜੇ ਟੀਨਏਜਰਸ ਨਾਲ ਕਰਦੇ ਨੇ, ਉਹ ਟੀਨਏਜਰਸ ਦੇ ਕੋਲ ਤਾਂ ਹੁੰਦਾ ਨਹੀਂ, ਆਪਣਾ ਥੋਟ ਨਹੀਂ ਹੁੰਦੇ ਕੋਈ, ਉਹਨਾਂ ਨੂੰ ਚਲੋ ਗੱਲ ਸਮਝਾਈ ਜਾਂਦੀ ਹੈ। ਇੱਕ ਕਾਉਂਸਲਿੰਗ ਕਰਦੇ ਨੇ ਜਿਹੜੇ ਸਾਈਕੈਟਰਿਸਟ ਨੇ, ਮਨੋਰੋਗ ਦੇ ਡਾਕਟਰ, ਮਨ ਦੇ ਰੋਗ ਜਿਹੜੇ ਹੁੰਦੇ, ਸੋਚ ਵਿਚਾਰ ਦੇ ਰੋਗ, ਉਹ ਕਾਉਂਸਲਿੰਗ ਇਸ ਵਾਸਤੇ ਕਰਦੇ ਨੇ ਤਾਂ ਕਿ ਜਿਹੜਾ ਪੇਸ਼ੈਂਟ ਹੈ ਆਪਣੀ ਜੋ ਗੱਲ ਹੈ ਉਹ ਮੂੰਹੋਂ ਬੋਲਦੇ। ਜਦੋਂ ਤੁਸੀਂ ਆਪਣੇ ਮੂੰਹੋਂ ਗੱਲ ਬੋਲਦੀ ਤਾਂ ਫਿਰ ਤੁਹਾਡਾ ਬ੍ਰੇਨ ਰਿਲੈਕਸੇਸ਼ਨ ਮੋਡ 'ਚ ਜਾਣਾ ਸਟਾਰਟ ਹੋ ਜਾਂਦਾ। ਉਹਨਾਂ ਦਾ ਪਰਪਸ ਇਹੀ ਹੁੰਦਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪੇਸ਼ੈਂਟ ਆਪਣਾ ਦੱਸ ਦੇਵੇ ਜੋ ਵੀ ਉਹਨੂੰ ਜਿੱਥੋਂ ਵੀ ਸਟਰੈਸ ਫੀਲ ਹੁੰਦੀ ਹੈ। ਪਰ ਜੇ ਆਪਾਂ ਘਰ ਦੇ ਵਿੱਚ ਹੀ ਇਸ ਤਰ੍ਹਾਂ ਥੋੜ੍ਹਾ ਜਿਹਾ ਸਪੋਰਟ ਵਾਲਾ ਇੱਕ ਇਨਵਾਇਰਮੈਂਟ ਕ੍ਰੀਏਟ ਕਰ ਲਈਏ ਤਾਂ ਮੀਨਸ ਜੋ ਵੀ ਸਾਡੇ ਆਸ-ਪਾਸ ਸਟਰੈਸ ਵਾਲੇ ਲੋਕ ਨੇ ਉਹਨਾਂ ਦੀ ਲਾਈਫ ਠੀਕ ਹੋ ਸਕਦੀ ਹੈ। ਅਤੇ ਜੇ ਅਸੀਂ ਥੋੜ੍ਹੇ ਜਿਹੇ ਰਿਸਪੋਂਸੀਬਲ ਹਾਂ ਅਤੇ ਅਸੀਂ ਦੂਸਰਿਆਂ ਵਾਸਤੇ ਵੀ ਕੰਮ ਕਰ ਸਕਦੇ ਹਾਂ। ਜੋ ਸਾਡੇ ਨੇਬਰਹੁੱਡ ਵਾਲੇ ਨੇ, ਅਸੀਂ ਦੇਖਦੇ ਹਾਂ ਕਿ ਕੋਈ ਅੰਕਲ ਨੇ, ਆਂਟ ਨੇ, ਉਹ ਸਟਰੈਸਡ ਨੇ, ਅਤੇ ਅਸੀਂ ਉਹਨਾਂ ਨਾਲ ਵੀ ਥੋੜ੍ਹੀਆਂ ਜਿਹੀਆਂ ਟਾਕਸ ਵਧੀਆ ਕਰ ਸਕਦੇ ਹਾਂ। ਕਿਉਂਕਿ ਸਾਨੂੰ ਵੀ ਪਤਾ ਹੀ ਹੁੰਦਾ ਫੈਮਲੀਜ਼ ਦਾ ਜਿਹੜੇ ਨੇਬਰਹੁੱਡ ਵਾਲੇ ਨੇ ਕਿ ਜਿਹਦੇ ਨਾਲ ਉਹਨਾਂ ਨੂੰ ਵੀ ਸਪੋਰਟ ਦੇਣ ਦੀ ਕੋਸ਼ਿਸ਼ ਕਰ ਸਕਦੇ ਕਿ ਉਹਨਾਂ ਦੀ ਜ਼ਿੰਦਗੀ ਵੀ ਠੀਕ ਹੋਏ। ਕਿਉਂਕਿ ਕਈ ਵਾਰ ਜੋ ਵੀ ਆਪਾਂ ਦੇਖਦੇ ਹਾਂ ਸਮਾਜ 'ਚ ਬਹੁਤ ਸਾਰੇ ਲੋਕ ਨੇ ਜਦੋਂ ਆਫਟਰ 60 ਕ੍ਰੋਸ ਕਰਦੇ ਨੇ ਤਾਂ ਉਹਨਾਂ ਦੀ ਲਾਈਫ ਦੇ ਵਿੱਚ ਜਿੱਦਾਂ ਸਟਰੈਸ ਜੋ ਸਟਾਰਟ ਹੋ ਜਾਂਦੀ। ਉਹਨਾਂ ਦੀ ਸਟਰੈਸ ਦਾ ਕਾਰਨ ਇਹੀ ਹੁੰਦਾ ਕਿ ਜੋ ਵੀ ਉਹਨਾਂ ਨੇ ਮੀਨਸ ਇੱਕ ਪਲਾਨ ਕੀਤਾ ਹੁੰਦਾ, ਸੋਚਿਆ ਹੁੰਦਾ ਕਿ ਸਾਡੀ ਜ਼ਿੰਦਗੀ ਇਸ ਤਰ੍ਹਾਂ ਦੀ ਹੋਏਗੀ, ਬੱਚਿਆਂ ਦੇ ਬਾਰੇ ਸੋਚੇਗਾ। ਹੁਣ 60 ਈਅਰਸ ਓਲਡ ਦਾ ਬੰਦਾ, ਅਤੇ ਉਹ ਜਦੋਂ ਉਸ ਸੋਚ ਦੇ ਹਿਸਾਬ ਨਾਲ ਕੰਮ ਨਹੀਂ ਹੁੰਦਾ ਇੱਕਦਮ, ਅਤੇ ਉਹ ਸਟਰੈਸ ਆ ਜਾਂਦੀ ਹੈ। ਪਰ ਉਹ ਨੋਰਮਲ ਸਟਰੈਸ ਹੁੰਦੀ ਜਿਸ ਤਰ੍ਹਾਂ ਉਹ ਸਭ ਇਨਸਾਨਾਂ ਦੇ ਵਿੱਚ ਉਹ ਤਾਂ ਆਉਂਦੀਆਂ ਨੇ। ਅਤੇ ਪਰ ਜੇ ਉਹ ਸਟਰੈਸ ਦਾ ਲੈਵਲ ਵੱਧ ਜੇ, ਮੀਨਸ ਲੋਕ ਆਸ-ਪਾਸ ਵਾਲੇ ਟਾਂਚਾਂ ਮਾਰਨ ਵਾਲੇ ਆ ਜਾਣ, ਮੀਨਸ ਇਸ ਤਰ੍ਹਾਂ ਵੀ ਹੋ ਜਾਂਦਾ ਕਿ ਟਾਂਚਾਂ ਮਾਰਨ ਵਾਲੇ ਲੋਕ ਆ ਜਾਂਦੇ ਨੇ ਕਿ ਤੂੰ ਤਾਂ ਇੱਦਾਂ ਸੀ, ਇੱਦਾਂ ਕਰਦਾ ਹੀ, ਗੱਲਾਂ ਆਹ ਸੀ, ਉਹ ਸੀ, ਹੁਣ ਤੂੰ ਕੀ ਆ, ਇੱਦਾਂ ਆ। ਅਤੇ ਉਹ ਟਾਂਚਾਂ ਜਿਹੜੀਆਂ ਹੁੰਦੀਆਂ ਨੇ ਉਹ ਬੰਦੇ ਦੇ ਜਿਹੜੇ ਬ੍ਰੇਨ ਨੂੰ ਬਹੁਤ ਡਾਊਨ ਕਰ ਦਿੰਦੀਆਂ ਨੇ। ਉੱਧਰੋਂ ਤਾਂ ਏਜ ਵੱਧ ਰਹੀ ਹੁੰਦੀ ਹੈ, ਉੱਧਰੋਂ ਮੀਨਸ ਉਹ ਜਿਹੜੇ ਉਹ ਟਾਂਚਾਂ ਵਾ ਉਹ ਸਾਡੇ ਬ੍ਰੇਨ ਨੂੰ ਬਹੁਤ ਡਾਊਨ ਕਰ ਦਿੰਦੀਆਂ। ਕਈ ਵਾਰ ਤਾਂ ਉਹੀ ਜਿੱਦਾਂ ਆਪਾਂ ਕਹਿੰਦੇ ਕਿ ਸ਼ਰਾਰਤ ਵਾਲੇ ਲੋਕ ਹੀ ਹੁੰਦੇ ਨੇ। ਐਵੇਂ ਮੀਨਸ ਜੇ ਕੋਈ ਕਿਸੇ ਦਾ ਬੱਚਾ ਪੜ੍ਹ ਵੀ ਰਿਹਾ ਆ ਤਾਂ ਉਹਨਾਂ ਦੇ ਹੀ ਉਹ ਮੀਨਸ ਇੱਦਾਂ ਦੀਆਂ ਗੱਲਾਂ ਖੜੀਆਂ ਕਰ ਲੈਂਦੇ ਨੇ ਕਿ ਪੜ੍ਹਾਈ 'ਚ ਕੀ ਰੱਖਿਆ, ਉਹ ਕੀ ਬਣ ਗਿਆ, ਆਹ ਕੀ ਬਣ ਗਿਆ। ਹੁਣ ਜਦੋਂ ਸਾਡੀ ਏਜ ਵੱਧਦੀ ਹੈ ਉਦੋਂ ਇਹ ਚੀਜ਼ਾਂ ਵੀ ਇੰਨੀ ਕੁ ਗੱਲ ਵੀ ਸਹਾਰਨੀ ਔਖੀ ਹੋ ਜਾਂਦੀ ਕਿ ਜਦੋਂ ਆਪਾਂ ਦੇਖਦੇ ਹਾਂ ਕਿ ਕੋਈ ਮਿਹਨਤ ਕਰ ਰਿਹਾ ਅਤੇ ਮਿਹਨਤ ਵਾਲੇ ਬੰਦੇ ਨੂੰ ਇਸ ਤਰ੍ਹਾਂ ਕਿਹਾ ਜਾ ਰਿਹਾ। ਇਹ ਜਿਹੜੇ ਲੋਕ ਨੇ ਇਹਨਾਂ 'ਤੇ ਵੀ ਜਿਹੜੀ ਨੱਥ ਆਪਾਂ ਇੱਕ ਕਮਿਊਨਿਟੀ ਸਿਸਟਮ ਬਣਾ ਕੇ ਕਰ ਸਕਦੇ ਕਿ ਸਾਨੂੰ ਦੇਖਣਾ ਚਾਹੀਦਾ ਕਿ ਕਿਹੜਾ ਬੰਦਾ ਕੀ ਗੱਲ ਕਰ ਰਿਹਾ। ਜਿਹੜੀ ਟਾਂਚ ਵਾਲੀ ਗੱਲ ਕਰ ਰਿਹਾ ਉਹਨੂੰ ਵੀ ਰੋਕਣਾ ਚਾਹੀਦਾ। ਅਤੇ ਜਿਹੜਾ ਮੀਨਸ ਇਸ ਤਰ੍ਹਾਂ ਫਾਲਤੂ ਦੇ ਵਿੱਚ ਹੀ ਕਿਸੇ ਨੂੰ ਡਾਊਨ ਕਰਨ ਦੀ ਕੋਸ਼ਿਸ਼ ਕਰ ਰਿਹਾ ਅਤੇ ਆਪ ਹੈ ਵੀ ਕੁਛ ਨਹੀਂ, ਇਸ ਤਰ੍ਹਾਂ ਦੇ ਵੀ 100 ਦੇ ਵਿੱਚ ਤੁਹਾਨੂੰ ਹੁਣ ਅੱਜ ਕੱਲ੍ਹ ਦਾ ਜੋ ਸਿਸਟਮ ਚੱਲ ਰਿਹਾ ਆਪਣੇ ਦੇਸ਼ ਦਾ, ਇੰਡੀਆ ਦਾ ਹੀ ਕਹਿ ਲਓ, ਕਿ ਜਿਸ ਤਰ੍ਹਾਂ ਨੌਲੇਜ ਦੀ ਗੱਲ ਬਿਲਕੁਲ ਹੀ ਨਹੀਂ ਹੋ ਰਹੀ। ਨਾ ਤਾਂ ਮੀਡੀਆ 'ਤੇ ਕੋਈ ਗੱਲ ਨੌਲੇਜ ਦੀ ਆਉਂਦੀ ਹੈ ਕਿ ਨਾ ਮੀਨਸ ਸਾਡੇ ਜੋ ਸਿਸਟਮ ਆ, ਸਮਾਜ ਆ, ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਆਪਸ 'ਚ। ਇਸ ਤਰ੍ਹਾਂ ਦੇ ਸਿਸਟਮ 'ਚ ਕੀ ਆ, ਉਹ ਲੋਕ ਖੜ੍ਹੇ ਹੋ ਜਾਂਦੇ ਨੇ ਜਿਨ੍ਹਾਂ ਦੇ ਕੋਲ ਨਾ ਤਾਂ ਕੋਈ ਗਿਆਨ ਹੈ ਅਤੇ ਨਾ ਕੋਈ ਉਹਨਾਂ ਦੀ ਕੀ ਉਪਲਬਧੀ ਆ। ਉਹ ਆਪਣੇ ਤੋਂ 10 ਗੁਣਾ ਉੱਪਰਲੇ ਬੰਦੇ ਨੂੰ ਟਾਂਚਾ ਮਾਰ ਦਿੰਦੇ ਨੇ ਕਿ ਜਿਨ੍ਹਾਂ ਤੋਂ ਆਪਾਂ ਥੋੜ੍ਹਾ ਜਿਹਾ ਕਹਿੰਦੇ ਆ ਕਿ ਰਿਸਪੈਕਟ ਕਰਦੇ ਹਾਂ, ਜਿਨ੍ਹਾਂ ਦੇ ਬਾਰੇ ਆਪਾਂ ਸੋਚ ਵੀ ਨਹੀਂ ਸਕਦੇ ਕੁਛ ਮਾੜਾ ਸ਼ਬਦ ਬੋਲਣਾ, ਉਹਨਾਂ ਲੋਕਾਂ ਨੂੰ ਵੀ ਉਹ ਮੀਨਸ ਜਿੱਦਾਂ ਟਾਂਚਾ ਮਾਰ ਕੇ ਡਾਊਨ ਕਰਨਾ ਸ਼ੁਰੂ ਕਰ ਦਿੰਦੇ ਨੇ। ਪਰ ਜੇ ਆਪਾਂ ਉਹਨਾਂ ਲੋਕਾਂ ਨੂੰ
ਨਾ ਨੱਥ ਪਾਈ, ਜਿਹੜੇ ਜਿਨ੍ਹਾਂ ਕੋਲੇ ਕੁਛ ਨਹੀਂ, ਨਾ ਐਜੂਕੇਸ਼ਨ ਹੈ, ਨਾ ਕੋਈ ਲੈਵਲ ਹੈ, ਨਾ ਉਹਨਾਂ ਕੋਈ ਸਮਝਦਾਰੀ ਹੈ, ਉਹ ਲੋਕ ਜੇ ਵੱਧਦੇ ਜਾਣਗੇ ਤਾਂ ਫਿਰ ਸਾਡਾ ਜਿਹੜਾ ਸਮਾਜ ਆ ਇਹਦੇ ਵਿੱਚ ਜਿਹੜੀਆਂ ਸਟ੍ਰੈਸ, ਡਿਪਰੈਸ਼ਨ ਦੇ ਡਿਜ਼ੀਜ਼ ਵੱਧ ਜਾਣਗੇ। ਅਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਅੱਗੇ ਜੋ ਕ੍ਰਾਈਮ ਆ ਉਹਨੂੰ ਵੀ ਵਧਾ ਦਿੰਦੀਆਂ ਨੇ, ਕਿਉਂਕਿ ਉਹ ਲੋਕਾਂ 'ਚ ਦਿਮਾਗ ਨਹੀਂ ਹੁੰਦਾ। ਜੇ ਆਪਾਂ ਉਹਨਾਂ ਨੂੰ ਨਾ ਸਮਝਾਈਏ, ਨਾ ਰੋਕੀਏ, ਤਾਂ ਉਹ ਇੰਨਾ ਕੁ ਅੱਗੇ ਦੇ ਅੱਗੇ ਵਧੀ ਜਾਂਦੇ ਨੇ। ਅਤੇ ਫਿਰ ਜਿਹੜੇ ਚੰਗੇ ਲੋਕ ਨੇ ਉਹਨਾਂ ਦੇ ਉੱਥੋਂ ਕੋਈ ਨਾ ਕੋਈ ਕ੍ਰਾਈਮ ਜ਼ਰੂਰ ਹੋ ਜਾਂਦਾ, ਕਿਉਂਕਿ ਫਿਰ ਚੰਗੇ ਲੋਕ ਵੀ ਜ਼ਿਆਦਾ ਨਹੀਂ ਸੁਣ ਸਕਦੇ। ਉਹ ਦੇਖਦੇ ਯਾਰ ਇਹ ਬੰਦਿਆਂ ਨੇ ਕੁਛ ਕੀਤਾ ਨਹੀਂ ਜ਼ਿੰਦਗੀ 'ਚ, ਕੁਛ ਨਹੀਂ। ਅਤੇ ਇਹ ਅੱਜ ਬੰਦੇ ਦੇਖੋ ਕਿਸ ਤਰ੍ਹਾਂ ਸਾਰਿਆਂ ਨੂੰ ਡਾਊਨ ਕਰ ਰਿਹਾ। ਅਤੇ ਇਸ ਤਰੀਕੇ ਨਾਲ ਜਿਹੜੇ ਗੁੱਡ ਲੋਕ ਹੁੰਦੇ ਸੁਸਾਇਟੀ ਦੇ, ਜਿਨ੍ਹਾਂ ਨੇ ਸਪੋਰਟ ਹੁੰਦੀ ਹੈ, ਜੋ ਇੱਕ ਪਿੱਲਰ ਦਾ ਕੰਮ ਕਰਦੇ ਆ, ਉਹ ਬੰਦਿਆਂ ਨੂੰ ਵੀ ਜੇਲ੍ਹਾਂ 'ਚ ਜਾਣਾ ਪੈ ਜਾਂਦਾ, ਸਿਰਫ ਜੇ ਆਪਾਂ ਟਾਈਮ 'ਤੇ ਇਹ ਲੋਕਾਂ ਦੇ ਨੱਥ ਨਾ ਪਾਈਏ। ਇਹ ਸਭ ਕੁਛ ਇਹ ਲੋਕ ਜਿਹੜੇ ਹੁੰਦੇ ਨੇ, ਇਹ ਜਿਨ੍ਹਾਂ ਕੋਲ ਗਿਆਨ ਨਹੀਂ, ਨੌਲੇਜ ਨਹੀਂ, ਲੈਵਲ ਨਹੀਂ, ਉਹ ਸਭ ਕੁਛ ਉਹਨਾਂ ਨੂੰ ਪਤਾ, ਉਹਨਾਂ ਨੂੰ ਕੁਛ ਨਹੀਂ ਹੁੰਦਾ ਪਤਾ। ਸਿਰਫ ਬ੍ਰੇਨ ਇੱਕ ਲਗਾਤਾਰ ਚੱਲਦਾ ਰਹਿੰਦਾ, ਜਿੱਦਾਂ ਇੱਕ ਬੱਚੇ ਦਾ ਹੁੰਦਾ ਬ੍ਰੇਨ, ਉਸ ਤਰ੍ਹਾਂ ਦੇ ਉਹਦੇ ਬ੍ਰੇਨ ਹੁੰਦੇ ਨੇ। ਉਹ ਸਟ੍ਰੈਸ ਵੀ ਸਾਰੇ ਪਾਸੇ ਕ੍ਰੀਏਟ ਕਰਦੇ ਨੇ, ਜੋ ਜਿਹੜੇ ਰੈਪੂਟੇਡ ਪੀਪਲ ਨੇ ਉਹਨਾਂ ਨੂੰ ਵੀ ਡਾਊਨ ਕਰਦੇ ਨੇ, ਅਤੇ ਜਿਹੜੇ ਐਜੂਕੇਟਡ ਪੀਪਲ ਨੇ, ਪਿੱਲਰ ਨੇ ਇੱਕ, ਉਹਨਾਂ ਨੂੰ ਵੀ ਡਾਊਨ ਕਰ ਦਿੰਦੇ ਨੇ। ਇਸ ਤਰੀਕੇ ਨਾਲ ਉਹ ਸਭ ਤੋਂ ਵੱਡਾ ਜਿਹੜਾ ਸਟ੍ਰੈਸ ਕ੍ਰੀਏਟ ਕਰਨ ਦਾ ਕੰਮ ਕਰਦੇ ਨੇ, ਡਿਪਰੈਸ਼ਨ ਕ੍ਰੀਏਸ਼ਨ ਜਿਹੜਾ ਕ੍ਰੀਏਟ ਹੋਏ ਸਾਰਿਆਂ 'ਤੇ, ਬੰਦੇ ਡਿਪਰੈਸ ਹੋ ਜਾਣ ਉਹਨਾਂ ਨੂੰ ਦੇਖ ਕੇ ਕਿ ਇਹਨਾਂ ਨੂੰ ਕੋਈ ਰੋਕ ਹੀ ਨਹੀਂ ਰਿਹਾ। ਇਸ ਤਰ੍ਹਾਂ ਉਹ ਲੋਕ ਕੰਮ ਕਰਦੇ ਨੇ। ਇਹ ਹੁਣ ਜੋ ਵੀ ਸੁਸਾਇਟੀ ਹੈ ਆਪਣੀ, ਇਹ ਇੱਕ ਰਲ ਮਿਲ ਕੇ ਹੋ ਸਕਦਾ ਕਿ ਜੇ ਤੁਸੀਂ ਦੇਖੋ ਤਾਂ ਅੱਗੇ ਸਿਆਣੇ ਤੋਂ ਸਿਆਣੇ ਬੰਦਿਆਂ ਨਾਲ ਗੱਲ ਕਰੋ। ਜੇ ਇਹ ਆਪਾਂ ਗੱਲਬਾਤ ਹੀ ਜੇ ਅੱਗੇ ਦੀ ਅੱਗੇ ਕਰਾਂਗੇ, ਸੁਸਾਇਟੀ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕਰਾਂਗੇ, ਫਿਰ ਇਹ ਸਭ ਕੁਝ ਠੀਕ ਹੋਏਗਾ। ਅਤੇ ਜਿਹੜੀ ਇਹ ਟਾਕ ਹੈ, ਮੀਨਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਜਿਨ੍ਹਾਂ ਦੇ ਕੋਲ ਗੱਲਬਾਤ ਕਰਨ ਵਾਲਾ ਕੋਈ ਨਹੀਂ, ਉਹਨਾਂ ਨੂੰ ਇਹ ਬਹੁਤ ਬੈਨੀਫਿਸ਼ੀਅਲ ਹੋਏਗੀ। ਅਤੇ ਇਹ ਤੁਸੀਂ ਪ੍ਰੋਗਰਾਮ ਜਦੋਂ ਸੁਣਦੇ ਆ ਅੱਗੇ ਸ਼ੇਅਰ ਵੀ ਕਰਿਆ ਕਰੋ, ਕਿ ਜੋ ਜਿਨ੍ਹਾਂ ਨੂੰ ਠੀਕ ਲੱਗਦੀ ਹੈ ਗੱਲ, ਕਿ ਗੱਲ ਸੁਣਨਾ ਥੋੜ੍ਹਾ ਜਿਹਾ ਆਪਣਾ ਮਾਈਂਡ ਵੀ ਫਰੈਸ਼ ਹੋ ਜਾਂਦਾ, ਅਤੇ ਇੱਕ ਟਾਈਮ ਵੀ ਪਾਸ ਹੋ ਜਾਂਦਾ। ਇਹਨੂੰ ਸ਼ੇਅਰ ਵੀ ਕਰਿਆ ਕਰੋ ਥੋੜ੍ਹਾ ਬਹੁਤ। ਜੇ ਜਿਹੜਾ ਬੰਦਾ ਕਮੈਂਟ ਲਿਖ ਸਕਦਾ, ਯੈਸ, ਨੋ, ਗੁੱਡ, ਬੈਡ, ਉਹ ਵੀ ਜ਼ਰੂਰ ਲਿਖਿਆ ਕਰੋ। ਅਤੇ ਇਸ ਦੇ ਨਾਲ ਹੀ ਅੱਜ ਆਪਾਂ ਇੰਨੀ ਗੱਲ ਕਰਦੇ ਹਾਂ। ਕੱਲ੍ਹ ਫਿਰ ਕੋਈ ਆਪਾਂ ਦੇਖਾਂਗੇ ਵਿਸ਼ਾ, ਜਿਸ ਨਾਲ ਇੱਕ ਸਿਸਟਮ ਦੀ, ਆਪਣੀ ਸੁਸਾਇਟੀ ਦੀ ਸਪੋਰਟ ਬਣ ਸਕੇ, ਅਤੇ ਕੱਲ੍ਹ ਗੱਲ ਕਰਾਂਗੇ। ਇਸ ਦੇ ਨਾਲ ਹੀ ਇਜਾਜ਼ਤ ਦਿਓ। ਬਹੁਤ ਬਹੁਤ ਧੰਨਵਾਦ।